ਪ੍ਰੋਗਰਾਮ ਸ਼ਵਾਂਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਅਤੇ ਇਸ ਤੋਂ ਪਹਿਲਾਂ ਕਿ ਆਪਾਂ ਖਬਰਾਂ ਦਾ ਸਿਲਸਿਲਾ ਅੱਗੇ ਲੈ ਕੇ ਚੱਲੀਏ, ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਕੁਛ ਵਪਾਰਕ ਸੁਨੇਹੇ ਤੁਹਾਨੂੰ ਦੇ ਦਈਏ ਅਤੇ ਫਿਰ ਜਿਹੜੇ ਆਪਾਂ ਅੱਗੇ ਚੱਲਾਂਗੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਜੇਕਰ ਹਿੱਸਾ ਲੈਣਾ ਚਾਹੁੰਦੇ ਹੋ ਜਾਂ ਕੋਈ ਕਿਸੇ ਪ੍ਰਕਾਰ ਦਾ ਪ੍ਰੋਗਰਾਮ ਦੇ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 97 801 41 741 'ਤੇ। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਜ਼ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ 'ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ 'ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਅਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Truck Lube. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90-day DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰੋਪਰਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਇਨਵੈਸਟਮੈਂਟ ਪਾਉਣਾ ਚਾਹੁੰਦੇ ਹੋ, ਉਹ ਚੰਡੀਗੜ੍ਹ ਹੋਵੇ, ਮੋਹਾਲੀ ਹੋਵੇ, ਜ਼ੀਰਕਪੁਰ ਜਾਂ ਖਰੜ ਦੇ ਵਿੱਚ, ਤਾਂ ਇੱਕੋ ਇੱਕ ਟਰਸਟਡ ਨੇਮ ਹੈ ਜੀ, ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ, ਜਿਨ੍ਹਾਂ ਦਾ ਆਫਿਸ ਹੈ ਏਅਰਪੋਰਟ ਰੋਡ, ਐਰੋ ਸਿਟੀ, ਮੋਹਾਲੀ ਦੇ ਵਿੱਚ। ਫੋਨ ਨੰਬਰ ਹੈ ਜੀ 8936000000
ਜਾਂ 9855540009 98550 40 009 ਤੇ। ਬੇਕਰਸਵੀਲ ਏਰੀਆ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਕਰਨ ਦੇ ਲਈ ਇੱਕੋ ਇੱਕ ਨਾਂ ਜੀ, ਜਤਿੰਦਰ ਸਿੰਘ ਤੂਰ ਹੋਰਾਂ ਦਾ 6617541722 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਚਰਚਾ ਕਰੀਏ ਕਿਸਾਨ ਅੰਦੋਲਨ ਦੀ, ਪਰ ਉਸ ਤੋਂ ਪਹਿਲਾਂ ਇੱਕ ਬੜੀ ਅਹਿਮ ਖਬਰ ਹੈ। ਬੜੀ ਚਰਚਾ ਹੋ ਰਹੀ ਹੈ ਮੁਖਤਾਰ ਅੰਸਾਰੀ ਦੀ। ਕਹਿੰਦੇ ਜੀ ਵਿਧਾਨ ਸਭਾ ਦੇ ਵਿੱਚ ਵੀ ਚਰਚਾ ਹੋਈ ਵੀ ਜੀ ਪੰਜਾਬ ਕੈਪਟਨ ਸਰਕਾਰ ਜਿਹੜੀ ਹੈ ਮੁਖਤਾਰ ਅੰਸਾਰੀ ਨੂੰ ਬਚਾ ਰਹੀ ਹੈ, ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਕਿਉਂ ਖਰਚ ਕਰ ਰਹੀ ਹੈ? ਇਸ ਤੋਂ ਪਹਿਲਾਂ ਵੀ ਕਿਤੇ ਪੰਜਾਬ ਦੇ ਵਿੱਚ ਸਿਆਸਤਦਾਨਾਂ ਦਾ ਇਤਿਹਾਸ ਰਿਹਾ ਇਹੋ ਜਿਹਾ ਕਿ ਗੈਂਗਸਟਰਸ ਜਾਂ ਜਿਹੜੇ ਇਹੋ ਜਿਹੇ ਵਾਂਟਡ ਬੰਦੇ ਨੇ ਉਹਨਾਂ ਨੂੰ ਜਿਹੜਾ ਪ੍ਰੋਟੈਕਟ ਕੀਤਾ ਹੋਵੇ ਸਮੇਂ ਦੀਆਂ ਸਰਕਾਰਾਂ ਨੇ? ਮੁਖਤਾਰ ਅੰਸਾਰੀ ਵਾਲੀ ਗੱਲ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਜੀ। ਕੇਂਦਰ ਸਰਕਾਰ ਹੋਵੇ ਤੇ ਚਾਹੇ ਯੂਪੀ ਸਰਕਾਰ ਹੋਵੇ, ਯੂਪੀ ਸਰਕਾਰ ਨੇ ਮੁਖਤਾਰ ਅੰਸਾਰੀ ਨੂੰ ਪੰਜਾਬ 'ਚੋਂ ਯੂਪੀ 'ਚ ਲਿਜਾਣ ਲਈ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਹੈ। ਔਰ ਉਸ ਪਟੀਸ਼ਨ ਦੀ ਪੈਰਵੀ ਕੌਣ ਕਰ ਰਹੇ? ਯੂਪੀ ਸਰਕਾਰ ਵੱਲੋਂ ਪੈਰਵੀ ਕਰ ਰਹੇ ਹੈ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਸਾਹਿਬ ਜੀ। ਇਸ ਕਰਕੇ ਤਾਂ ਦੁਨੀਆ ਨੂੰ ਪਤਾ ਹੈ। ਕੱਲ੍ਹ ਹੀ ਸੋਲਿਸਿਟਰ ਤੁਸ਼ਾਰ ਮਹਿਤਾ ਸਾਹਿਬ ਨੇ ਇਹ ਗੱਲ ਕਹੀ ਸੀ ਜੀ ਪੰਜਾਬ ਸਰਕਾਰ ਨੇ ਤਾਂ ਸਾਰੇ ਹੱਦਾਂ ਬੰਨੀ ਟੱਪਤੇ, ਇਹ ਬੰਦਾ ਸਾਨੂੰ ਚਾਹੀਦਾ। ਮੁਖਤਾਰ ਅੰਸਾਰੀ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੁਖਤਾਰ ਅੰਸਾਰੀ ਜਿਹੜਾ ਹੈਗਾ ਉਹਦੀ ਜਿਹੜੀ ਫੈਮਿਲੀ ਬੈਕਗਰਾਊਂਡ ਹੈ ਉਹ ਬੜੀ ਪ੍ਰੋਗਰੈਸਿਵ ਹੈ ਜੀ। ਦਾਦਾ ਉਹਦਾ ਆਲ ਇੰਡੀਆ ਕਾਂਗਰਸ ਪਾਰਟੀ ਦਾ ਪ੍ਰੈਜ਼ੀਡੈਂਟ ਰਿਹਾ। ਚਾਚਾ ਉਹਦੇ ਖਾਨਦਾਨ 'ਚੋਂ ਚਾਚਾ ਮਿਸਟਰ ਕੁਰੈਸ਼ੀ ਜੀ, ਮਿਸਟਰ ਅੰਸਾਰੀ, ਉਹ ਭਾਰਤ ਦੇ ਉਪ ਰਾਸ਼ਟਰਪਤੀ ਰਹੇ ਜੀ। ਆਪ ਉਹ ਬਹੁਤ ਉੱਚ ਪਾਏ ਦਾ ਸ਼ੂਟਰ ਹੈ, ਉਹਦਾ ਬੇਟਾ ਸ਼ੂਟਰ ਹੈ ਵਗੈਰਾ ਵਗੈਰਾ। ਕਾਫੀ ਲੰਬੇ ਸਮੇਂ ਤੋਂ ਬੰਦਾ MLA ਵੀ ਤੁਰਿਆ ਹੁੰਦਾ, ਜੇਲ੍ਹ 'ਚ ਬੈਠਾ ਵੀ MLA ਬਣਦਾ। ਇੱਥੇ ਉਹਨੂੰ ਗੈਂਗਸਟਰ ਕਿਹਾ ਜਾਂਦਾ, ਲੇਕਿਨ ਉਹਦੇ ਇਲਾਕੇ ਦੇ ਵਿੱਚ ਲੋਕ ਉਹਨੂੰ ਰਾਵਣ ਹੁੱਡ ਕਹਿੰਦੇ ਜੀ। ਭਰਾ ਵੀ ਉਹਦਾ ਪਾਰਲੀਮੈਂਟ ਦਾ ਮੈਂਬਰ ਬਣਦਾ ਆ ਰਿਹਾ। ਹੁਣ ਹੋਇਆ ਇਹ ਕਿ ਉੱਥੇ ਜੋਗੀ ਆਦਿੱਤਿਆਨਾਥ ਦੀ ਸਰਕਾਰ ਹੈ ਜੀ, ਤੇ ਜੋਗੀ ਆਦਿੱਤਿਆਨਾਥ ਦੀ ਪਾਰਟੀ ਦਾ ਇੱਕ MLA ਹੁੰਦਾ ਸੀ ਕ੍ਰਿਸ਼ਨਾਨੰਦ ਰਾਏ। ਅੱਛਾ ਜੀ। ਉਹਨੂੰ ਕਤਲ ਕਰਨ ਦਾ ਇਹਦੇ ਤੇ ਦੋਸ਼ ਲੱਗਿਆ ਵਾ, ਸ਼ਾਇਦ ਉਹ ਕੇਸ ਦੇ ਵਿੱਚੋਂ ਬਰੀ ਵੀ ਹੋ ਗਿਆ। ਔਰ ਹੁਣ ਨਿੱਕੇ ਮੋਟੇ ਕੇਸ ਆ ਜਿਨ੍ਹਾਂ ਦੀ ਵਜ੍ਹਾ ਕਾਰਨ ਉਹ ਯੂਪੀ 'ਚ ਬੰਦ ਸੀ। ਲੇਕਿਨ ਜਦੋਂ ਜੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਕਿਹਾ ਕਿ ਜਿੰਨੇ ਵੀ ਗੈਂਗਸਟਰ ਹੈ ਜੀ ਉਹ ਜਾਂ ਤਾਂ ਜਹੰਨਮ 'ਚ ਜਾਣਗੇ ਤੇ ਜਾਂ ਜੇਲ੍ਹਾਂ 'ਚ ਹੋਣਗੇ। ਉਦੋਂ ਉਹਨੂੰ ਵੀ ਪਤਾ ਲੱਗ ਗਿਆ ਕਿ ਮੇਰੇ ਨਾਲ ਵੀ ਇਹ ਗੱਲ ਹੋ ਸਕਦੀ ਹੈ। ਸੋ 2019 ਦੇ ਵਿੱਚ, ਜਨਵਰੀ 2019 'ਚ ਉਸ ਬੰਦੇ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੁੰਦਾ ਮੋਹਾਲੀ ਪੁਲਿਸ ਵੱਲੋਂ ਜੀ। ਮਟੌਰ ਥਾਣੇ 'ਚ ਕੇਸ ਰਜਿਸਟਰ ਹੁੰਦਾ ਹੈ ਤੇ ਫਿਰ ਉਹਦਾ ਦਵਾ ਦਵ ਲੈ ਕੇ ਪ੍ਰੋਡਕਸ਼ਨ ਵਾਰੰਟ ਉਹਨੂੰ ਇੱਥੇ ਲੈ ਆਉਂਦਾ ਜੀ। ਜੋਗੀ ਜੀ ਨੂੰ ਉਦੋਂ ਪਤਾ ਲੱਗਾ ਜਦੋਂ ਇੱਥੇ ਪਹੁੰਚ ਗਿਆ। ਹੁਣ ਉਹ ਵਾਰੀ ਕੋਸ਼ਿਸ਼ ਕਰ ਰਹੇ ਹੈ ਕਿ ਜਿਹੜੀ MLA ਤੇ MPs ਦੇ ਖਿਲਾਫ ਮੁਕੱਦਮੇ ਚਲਾਉਣ ਵਾਲੀ ਅਦਾਲਤ ਹੈ ਜੀ, ਉਹਦੇ ਵਿੱਚ ਇੱਕ ਦੋ ਕੇਸ ਪੈਂਡਿੰਗ ਹੈ। ਉਹਨਾਂ ਕੇਸਾਂ ਕਰਕੇ ਸਾਨੂੰ ਮੁਖਤਾਰ ਚਾਹੀਦਾ ਹੈ। ਕੇਸ ਪੈਂਡਿੰਗ ਕੀ ਹੈ? ਕੇਸ ਇਹ ਪੈਂਡਿੰਗ ਹੈ, ਕਹਿੰਦੇ ਜੀ ਅਸਲੇ ਦੇ ਲਾਇਸੈਂਸ ਜਿਹੜੇ ਲਏ ਹੈ ਉਹ ਗਲਤ ਪਤੇ ਤੇ ਲਏ। ਅੱਛਾ ਜੀ। ਇਹ ਕਿੱਡਾ ਕੁ ਵੱਡਾ ਅਪਰਾਧ ਹੈ। ਜੇ ਯੂਪੀ ਸਰਕਾਰ ਪੂਰਾ ਟਿੱਲ ਲਾ ਰਹੀ ਹੈ ਕਿ ਉਹਨੂੰ ਯੂਪੀ ਦੇ ਵਿੱਚ ਲਿਆਉਣਾ ਹੀ ਲਿਆਉਣਾ ਜੀ, ਤਾਂ ਪੰਜਾਬ ਸਰਕਾਰ ਟਿੱਲ ਲਾ ਰਹੀ ਹੈ ਕਿ ਨਹੀਂ ਇਹਨੂੰ ਜਾਣ ਨਹੀਂ ਦੇਣਾ। ਕਾਰਨ ਕੀ ਹੈ? ਕਾਰਨ ਇਹ ਕਿ ਲਿੰਕ ਸਾਰਿਆਂ ਦੇ ਹੁੰਦੇ। ਮੁਖਤਾਰ ਅੰਸਾਰੀ ਨੂੰ ਅਸੀਂ ਇਕੱਲਾ ਗੈਂਗਸਟਰ ਨਹੀਂ ਕਹਿ ਸਕਦੇ, ਉਹ ਪੋਲੀਟੀਸ਼ੀਅਨ ਵੀ ਹੈ। ਉਹਦੇ ਲਿੰਕ ਹੋਣਗੇ, ਰੂਲਿੰਗ ਪਾਰਟੀ ਦੇ ਵਿੱਚ ਵੀ ਉਹਦੇ ਲਿੰਕ ਹੈ। ਔਰ ਉਹਨਾਂ ਲਿੰਕਾਂ ਦੇ ਚਲਦਿਆਂ ਹੀ ਅਜੇ ਤੱਕ ਨਾ ਤਾਂ ਉਹਦੇ ਖਿਲਾਫ ਕੋਈ ਚਲਾਨ ਪੇਸ਼ ਹੋਇਆ, ਨਾ ਉਹਨੇ ਬੇਲ ਕਰਵਾਈ ਹੈ। ਉਹ ਬੈਠਾ ਇੱਥੇ। ਪੰਜਾਬ ਸਰਕਾਰ ਨੇ ਐਫੀਡੇਵਿਟ ਫਾਈਲ ਕਰਤਾ ਸੁਪਰੀਮ ਕੋਰਟ 'ਚ ਜੀ। ਕਹਿੰਦੇ ਜੀ ਡਾਕਟਰਾਂ ਦੇ ਬੋਰਡ ਨੇ ਗੱਲ ਕਹੀ ਹੈ ਕਿ ਉਹ ਬੰਦੇ ਦਾ ਇਲਾਜ ਬਹੁਤ ਜ਼ਰੂਰੀ ਹੈ, ਉਹ ਸਫਰ ਕਰਨ ਦੇ ਸਮਰੱਥ ਹੀ ਨਹੀਂ ਰਿਹਾ, ਇਸ ਕਰਕੇ ਉਹਨੂੰ ਅਸੀਂ ਰੱਖਿਆ। ਜੇਲ੍ਹ ਦੇ ਵਿੱਚ ਵੀ ਉਹਦਾ ਇਲਾਜ ਹੋ ਰਿਹਾ ਤੇ ਬਾਹਰੋਂ ਵੀ ਇਲਾਜ ਹੋ ਰਿਹਾ। ਮਨੁੱਖੀ ਅਧਿਕਾਰ ਆ ਗਏ ਜੀ ਹੁਣ ਇੱਥੇ। ਅੱਛਾ ਜੀ। ਬਾਕੀ ਤਾਂ ਮਨੁੱਖੀ ਅਧਿਕਾਰਾਂ ਦਾ ਕੀ ਕਾਨੂੰਨ ਹੁੰਦਾ ਆਪਾਂ ਨੂੰ ਪਤਾ ਹੀ ਹੈ, ਪਰ ਉਹਦੇ ਮਨੁੱਖੀ ਅਧਿਕਾਰ ਹੈ ਜਿਹੜੇ ਉਹਦੇ ਵਾਸਤੇ ਕੀਤੇ। ਹੁਣ ਜੇ ਅਸੀਂ ਇਹਨੂੰ ਦੇਖੀਏ ਕਾਨੂੰਨ ਦੀਆਂ ਨਜ਼ਰਾਂ 'ਚ ਤਾਂ ਵਾਕਈ ਭਾਈ ਇਹ ਮਨੁੱਖੀ ਅਧਿਕਾਰ ਹੈ, ਪਰ ਅਸਲ ਦੇ ਵਿੱਚ ਅਧਿਕਾਰ ਇਹ ਹੈ ਕਿ ਉਹ ਬੰਦੇ ਦੀ ਜਾਨ ਬਚਾਉਣੀ ਹੈ। ਤੇ ਦੂਜੇ ਪਾਸੇ ਜਿਵੇਂ ਆਪਾਂ ਵਿਕਾਸ ਦੂਬੇ ਵਾਲੀ ਗੱਲ ਕਹਿੰਦੇ ਕਿ ਗੱਡੀ ਉਲਟ ਜਾਂਦੀ ਹੈ, ਗੱਡੀ ਪਲਟ ਜਾਂਦੀ ਹੈ। ਮੁਖਤਾਰ ਨੂੰ ਇਹ ਡਰ ਲੱਗਦਾ ਕਿ ਮੇਰੀ ਗੱਡੀ ਵੀ ਪਲਟ ਸਕਦੀ ਹੈ ਜੀ, ਕਿਉਂਕਿ ਜੋਗੀ ਜੀ ਨੇ ਅੱਗੇ ਗੱਡੀਆਂ ਕਾਫੀ ਪਲਟਾਈਆਂ ਉਹਨਾਂ ਦੀ ਸਰਕਾਰ ਨੇ ਉੱਥੇ। ਜੋਗੀ ਜੀ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਉਹ ਸਰਕਾਰ ਦੇ ਮੁਖੀ ਹੈ। ਸਰਕਾਰ ਦੇ ਮੁਖੀ ਹੋਣ ਦੇ ਨਾਤੇ ਉੱਥੇ ਬੜਾ ਕੁਛ ਹੋਇਆ। ਸੋ ਇਹਦੇ ਤੇ ਜ਼ੋਰ ਲੱਗਿਆ ਹੋਇਆ। ਹੁਣ ਕੱਲ ਬਿਕਰਮ ਸਿੰਘ ਮਜੀਠੀਆ ਨੇ ਪੂਰਾ ਮਤਲਬ ਪਾਣੀ ਪੀ ਕੇ ਆਪਦੇ ਚਾਚਾ ਜੀ ਕਹਾਂਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਸਿਆ। ਕਹਿੰਦੇ ਜੀ ਦੇਖੋ ਸ਼ਡਿਊਲ ਕਾਸਟ ਬੱਚੇ ਆ ਜਿਹੜੇ
ਉਹਨਾਂ ਨੂੰ ਵਜੀਫਾ ਨਹੀਂ ਮਿਲ ਰਿਹਾ। ਯੂਨੀਵਰਸਿਟੀ ਆਪਣੀ ਪੰਜਾਬੀ ਮਾਲੀ ਹਾਲਤ ਬੜੀ ਮਾੜੀ ਹੈ, ਤਨਖਾਹਾਂ ਨਹੀਂ ਮੁਲਾਜ਼ਮਾਂ ਨੂੰ ਮਿਲ ਰਹੀਆਂ। ਇੱਕ ਮਾਲੀ ਨੇ ਖੁਦਕੁਸ਼ੀ ਕਰ ਲਈ। ਇੱਕ ਕਹਿੰਦੇ ਗੈਂਗਸਟਰ ਜੀ ਤੇ ਕਰੋੜਾਂ ਰੁਪਏ ਖਰਚੇ ਜਾ ਰਹੇ। ਅੱਛਾ ਜੀ, ਮੈਂ ਬਿਲਕੁਲ ਸਹਿਮਤ ਹਾਂ ਉਹਦੇ ਨਾਲ ਕਿ ਕਰੋੜਾਂ ਰੁਪਏ ਨਹੀਂ ਖਰਚਣੇ ਚਾਹੀਦੇ, ਪਰ ਜਿਹੜਾ ਤੁਸੀਂ ਇੱਕ ਹੋਰ ਸਵਾਲ ਪਾਤਾ ਉਹ ਸਵਾਲ ਧਿਆਨ ਮੰਗਦਾ ਵੀ ਕੀ ਕਰੋੜਾਂ ਰੁਪਏ ਇੱਥੇ ਖਰਚ ਹੋਏ, ਕਦੇ ਪਹਿਲਾਂ ਨਹੀਂ ਹੋਏ। ਦੋਸਤ ਮੇਰਾ ਵੀ ਸੀ, ਲਿੰਕ ਤੁਹਾਡੇ ਨਾਲ ਵੀ ਸੀ ਜੀ, ਤੇ ਬੰਦਾ ਤਾਂ ਆਪਾਂ ਨੂੰ ਮੰਨਣਾ ਪੈਣਾ ਕਿ ਭਾਵੇਂ ਉਹ ਪੋਲੀਟੀਕਲ ਵੀ ਸੀ, ਕਿਹਾ ਉਹਨੂੰ ਵੀ ਗੈਂਗਸਟਰ ਜਾਂਦਾ ਸੀ। ਉਹਦਾ ਨਾਂ ਕੀ ਸੀ? ਪਰਮਜਿੰਦਰ ਸਿੰਘ ਡਿੰਪੀ ਚੰਦ ਭਾਣ ਵਾਲਾ। ਡਿੰਪੀ ਚੰਦ ਭਾਣ ਵਾਲੇ ਨੂੰ ਡਕੈਤੀ ਦੇ ਇੱਕ ਕੇਸ ਦੇ ਵਿੱਚ, ਜਾਂ ਆਪਾਂ ਇਹ ਕਹਿ ਦਈਏ ਫਿਰੌਤੀ ਦੇ ਇੱਕ ਕੇਸ ਦੇ ਵਿੱਚ ਕਰਨਾਟਕਾ ਦੀ ਪੁਲਿਸ ਨੇ ਬੰਗਲੌਰ ਤੋਂ ਗ੍ਰਿਫਤਾਰ ਕੀਤਾ ਸੀ ਜੀ। ਉਸ ਕੇਸ ਦੇ ਵਿੱਚ ਉਹ ਜੇਲ੍ਹ 'ਚ ਸੀ। ਉਹਦੇ ਨਾਲ ਜਿਹੜੇ ਬੰਦੇ ਗ੍ਰਿਫਤਾਰ ਹੋਏ ਸੀ ਉਹਨਾਂ ਦੇ ਵਿੱਚ ਇੱਕ ਹੋਰ ਸੱਜਣ ਸੀ ਜਿਹਦਾ ਨਾਂ ਰੌਕੀ ਸੀ। ਉਹ ਦੋਨੋਂ ਉੱਥੇ ਸੀ। ਡਿੰਪੀ ਨੂੰ ਜਦੋਂ ਇਹਨਾਂ ਦੀ ਪਹਿਲੀ ਸਰਕਾਰ ਹੈ, ਕੈਪਟਨ ਤੋਂ ਪਹਿਲੀ ਸਰਕਾਰ ਜੀ, ਉਸ 97 ਵਾਲੀ ਸਰਕਾਰ ਦੇ ਆਖਰੀ ਅੱਧ 'ਚ ਅਚਨਚੇਤ ਡਿੰਪੀ ਹੈ ਜਿਹੜਾ ਪੰਜਾਬ 'ਚ ਪਹੁੰਚ ਜਾਂਦਾ ਜੀ। ਕਿੱਥੋਂ ਲਿਆਉਂਦੇ ਜੀ? ਬੰਗਲੌਰ ਤੋਂ, ਕਰਨਾਟਕਾ ਤੋਂ। ਕਿਵੇਂ ਆ ਗਿਆ ਜੀ ਪੰਜਾਬ? ਪੜਤਾਲ ਕੀਤੀ, ਪਤਾ ਲੱਗਿਆ ਕਿ ਲੰਬੀ ਥਾਣੇ ਦੇ ਕਿਸੇ ਪਿੰਡ ਦੇ ਵਿੱਚੋਂ ਕਿਸੇ ਮੁੰਡੇ ਨੇ ਆਪਦੀ ਸਾਲੀ ਨੂੰ ਅਗਵਾ ਕੀਤਾ ਸੀ। ਅੱਛਾ ਜੀ। ਉਹਦੇ ਤੇ ਕੇਸ ਰਜਿਸਟਰ ਸੀ। ਕੇਸ ਰਜਿਸਟਰ ਹੋ ਗਿਆ ਸੀ ਤੇ ਉਸ ਕੇਸ ਦੇ ਵਿੱਚ ਜਿਹੜਾ ਇਹ ਕੁਛ ਨਾਲ ਅਣਪਛਾਤੇ ਪਏ ਸੀ ਜੀ, ਉਹਨਾਂ ਅਣਪਛਾਤਿਆਂ ਦੇ ਵਿੱਚ ਫਿਰ ਡਿੰਪੀ ਨੂੰ ਵੀ ਨਾਮਜ਼ਦ ਕਰਤਾ। ਕਿਉਂ ਨਾਮਜ਼ਦ ਕੀਤਾ? ਇਸ ਕਰਕੇ ਨਾਮਜ਼ਦ ਕੀਤਾ ਕਿ ਉਸ ਬੰਦੇ ਨੂੰ ਕਰਨਾਟਕਾ ਤੋਂ ਇੱਥੇ ਲੈ ਕੇ ਆਉਣਾ ਸੀ ਜੀ। ਲੰਬੀ ਥਾਣਾ ਕਿਹਦਾ ਥਾਣਾ ਹੈ? ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵਗਦਾ ਜੀ। ਲੰਬੀ ਕਾਡਰ ਉਹਦੇ ਲੰਬੀ ਲੈਂਦਾ ਗਿਆ। ਲੰਬੀ ਤੋਂ ਬਾਅਦ ਡਿੰਪੀ ਨੂੰ ਲਿਆ ਕੇ ਰੱਖਿਆ ਕਿੱਥੇ ਗਿਆ ਜੀ? ਗਿੱਦੜਵਾਹਾ ਇੱਕ ਜੁਡੀਸ਼ੀਅਲ ਹਵਾਲਾਤ ਹੁੰਦੀ, ਅੱਜ ਵੀ ਹੈਗੀ ਹੈ, ਜਿਹਦਾ ਕੰਟਰੋਲ SHO ਕੋਲੇ ਹੈਗਾ, ਥਾਣੇ ਦੇ ਵਿੱਚ। ਔਰ ਮੈਂ ਡਿੰਪੀ ਨੂੰ ਉੱਥੇ ਜਾ ਕੇ ਮਿਲ ਕੇ ਵੀ ਆਇਆ ਸੀ। ਬਾਅਦ ਦੇ ਵਿੱਚ ਡਿੰਪੀ ਨੂੰ ਭੇਜ ਦਿੱਤਾ ਜਾਂਦਾ ਜੀ ਫਰੀਦਕੋਟ। ਫਰੀਦਕੋਟ ਨਹੀਂ ਰਹਿੰਦਾ ਉਹਨੂੰ ਨਾਲ ਦੀ ਨਾਲ ਹੀ ਫਰੀਦਕੋਟ ਦੇ ਮੈਡੀਕਲ ਕਾਲਜ ਭੇਜ ਦਿੱਤਾ ਜਾਂਦਾ। ਮੈਡੀਕਲ ਕਾਲਜ ਦੇ ਵਿੱਚ ਫਿਰ ਹਰਿਆਣੇ ਦੀ ਪੁਲਿਸ ਲੈ ਜਾਂਦੀ ਹੈ। ਉਹਨੂੰ ਦਿਖਾਇਆ ਜਾਂਦਾ ਹੈ ਕਿ ਜੀ ਉਹ ਤਾਂ ਹਸਪਤਾਲ ਦੇ ਵਿੱਚ ਹੈ, ਜੇਲ੍ਹ 'ਚੋਂ ਹਸਪਤਾਲ 'ਚ ਦਿਖਾਇਆ ਤੇ ਹਸਪਤਾਲ ਵਾਲਾ ਮੰਜਾ ਖਾਲੀ ਪਿਆ, ਬੈੱਡ। ਡਿੰਪੀ ਕਿੱਥੇ? ਕਹਿੰਦੇ ਜੀ ਸ਼ਿਕਾਰ ਖੇਡਦਾ ਫਿਰਦਾ ਹਰਿਆਣੇ ਦੇ ਉੱਥੋਂ ਡੱਬ ਵਾਲੀ ਦੇ ਟਿੱਬਿਆਂ 'ਚ। ਠੀਕ ਹੈ। ਇਹ ਹੁਣ ਤੁਸੀਂ ਇਹ ਦੇਖੋ ਕਿ ਉਸ ਵੇਲੇ ਹਰਿਆਣੇ 'ਚ ਸਰਕਾਰ ਕਿਹਦੀ ਸੀ? ਚੌਟਾਲਾ ਪਰਿਵਾਰ ਦੀ। ਚੌਟਾਲਾ ਪਰਿਵਾਰ ਤੇ ਬਾਦਲ ਪਰਿਵਾਰ ਦੀ ਨੇੜਤਾ ਕਿੰਨੀ ਕੁ ਹੈ? ਮੇਰਾ ਖਿਆਲ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਬੱਚਾ ਜਾਣਦਾ ਪੰਜਾਬ ਦਾ ਵੀ ਤੇ ਹਰਿਆਣੇ ਦਾ। ਡਿੰਪੀ ਨੂੰ ਇੱਥੇ ਲਿਆਉਣ ਦੀ ਲੋੜ ਕੀ ਪੈ ਗਈ? ਕਿਹਨੇ ਲਿਆਦਾ ਜੀ? ਕੀ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ, ਮੁੱਖ ਮੰਤਰੀ ਦੇ ਆਪਣੇ ਜੱਦੀ ਥਾਣੇ ਦੇ ਵਿੱਚ ਮੁੱਖ ਮੰਤਰੀ ਦੀ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਜੀ ਕੋਈ SHO ਅਜਿਹੀ ਹਮਾਕਤ ਕਰ ਸਕਦਾ ਨਾ? ਇਹ ਕਿਹਾ ਜਾਂਦਾ ਸੀ ਦਾਨੇਵਾਲੀਆ ਸਾਹਿਬ ਲੰਬੀ ਕਾਡਰ ਦੀ ਜਦੋਂ ਤੂਤੀ ਬੋਲਦੀ ਸੀ ਕਿ ਮੁਕਤਸਰ ਜ਼ਿਲ੍ਹੇ ਦੇ ਵਿੱਚ ਸ਼ਾਮ ਤੱਕ ਕਿੰਨੀਆਂ 57 ਹੁੰਦੀਆਂ, ਕਿੰਨੇ 57 ਸਭ ਤੋਂ ਹੇਠਲਾ ਮਤਲਬ ਆਪਾਂ ਕਹਿ ਸਕਦੇ ਹਾਂ ਅਪਰਾਧ ਹੈ ਜੀ, ਗ੍ਰਿਫਤਾਰੀ ਜਿਹਦੇ 'ਚ ਹੁੰਦੀ ਹੈ। ਇਹ ਸਾਰਾ ਹਿਸਾਬ ਕਿਤਾਬ ਸ਼ਾਮ ਨੂੰ ਮਤਲਬ ਕਹਿੰਦੇ ਵੱਡੇ ਘਰ ਪਹੁੰਚ ਜਾਂਦਾ ਸੀ ਕਿ ਅੱਜ ਇਸ ਜ਼ਿਲ੍ਹੇ ਦੇ ਵਿੱਚ ਇੰਨੇ ਪਰਚੇ ਦਰਜ ਹੋਏ, ਇੰਨੇ ਫੜਿਆ। ਵੈਸੇ ਵੀ ਉਹ ਮੁੱਖ ਮੰਤਰੀ ਕੋਲੇ, ਡਿਪਟੀ ਮੁੱਖ ਮੰਤਰੀ ਕੋਲੇ ਜਾਂ ਗ੍ਰਹਿ ਮੰਤਰੀ ਕੋਲੇ ਪਹੁੰਚਣਾ ਚਾਹੀਦਾ, ਜਿਹਦੇ ਕੋਲੇ ਹੁੰਦੀ ਹੈ ਸਾਰਾ ਕੁਛ ਪਹੁੰਚਦਾ ਸੀ। ਉਹ ਜਦੋਂ ਇਹ ਐਡਾ ਕੁਛ ਹੋਇਆ ਕਿ ਮੁੱਖ ਮੰਤਰੀ ਨੂੰ ਉਦੋਂ ਨਹੀਂ ਪਤਾ ਲੱਗਿਆ ਜਾਂ ਮੁੱਖ ਮੰਤਰੀ ਦੇ ਪਰਿਵਾਰ ਨੂੰ ਨਹੀਂ ਪਤਾ ਲੱਗਿਆ? ਕੀ ਮਜੀਠੀਆ ਸਾਹਿਬ ਦੀ ਉਦੋਂ ਰਿਸ਼ਤੇਦਾਰੀ ਨਹੀਂ ਸੀ ਬਾਦਲ ਪਰਿਵਾਰ ਨਾਲ? ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਮਾੜਾ ਹੈ, ਪਰ ਚੰਗਾ ਆਪਾਂ ਕਿੰਨਾ ਕੀਤਾ? ਪਰ ਇਹ ਕੈਪਟਨ ਕਿਉਂ ਸਪੋਰਟ ਕਰ ਰਿਹਾ ਜੀ ਮੁਖਤਿਆਰ ਅੰਸਾਰੀ ਦੀ? ਕੈਪਟਨ ਮੇਰੇ ਖਿਆਲ ਮੁਖਤਿਆਰ ਅੰਸਾਰੀ ਦੀ ਇਸ ਕਰਕੇ ਸਪੋਰਟ ਕਰ ਰਿਹਾ ਕਿਉਂਕਿ ਕਨੈਕਸ਼ਨ ਜਿਹੜੇ ਹੈਗੇ ਆ ਆਲ ਇੰਡੀਆ ਕਾਂਗਰਸ ਕਮੇਟੀ ਨਾਲ ਜੁੜਦੇ। ਅੱਛਾ ਜੀ। ਮੁਖਤਿਆਰ ਅੰਸਾਰੀ ਦਾ ਦਾਦਾ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਜੀ 27-28 ਚ, 1927-28 ਚ ਜੀ। ਔਰ ਮੁਖਤਿਆਰ ਅੰਸਾਰੀ ਦੇ ਦਾਦੇ ਦੇ ਨਾਂ ਤੇ ਦਿੱਲੀ ਦੇ ਵਿੱਚ ਅੰਸਾਰੀ ਰੋਡ ਬਣੀ ਹੋਈ ਹੈ, ਦੇਖੀ ਹੋਣੀ ਹੈ ਤੁਸੀਂ? ਹੈਗੀ ਜੀ। ਉਹ ਅੰਸਾਰੀ ਰੋਡ ਉਹਦੇ ਨਾਂ ਤੇ ਬਣੀ ਹੋਈ ਸੀ। ਅੱਜ ਵੀ ਕਨੈਕਸ਼ਨ, ਕਿਉਂਕਿ ਉਹ ਜੇ ਆਪਾਂ ਕੈਪਟਨ ਰਾਜ ਘਰਾਣਾ, ਉਹ ਰਾਜ ਘਰਾਣਾ ਤਾਂ ਨਹੀਂ ਜੀ, ਲੇਕਿਨ ਪੋਲੀਟਿਕਸ ਦੇ ਵਿੱਚ ਤਾਂ ਦਬਦਬਾ ਉਹਨਾਂ ਦਾ ਵੀ ਹੈ। ਔਰ ਪੋਲੀਟਿਕਸ ਦੇ ਵਿੱਚ ਜਿਹਦਾ ਦਾਦਾ 28-29-30 ਦੇ ਵਿੱਚ ਕਿਤੇ ਉਸ ਦੌਰ ਦੇ ਵਿੱਚ 30ਵਿਆਂ ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਸੀ, ਜਿਹਦਾ ਚਾਚਾ ਮਿਸਟਰ ਅੰਸਾਰੀ, ਕੀ ਨਾਂ ਸੀ ਇਹਨਾਂ ਦਾ? ਹਾਮਿਦ ਅੰਸਾਰੀ ਸੀ। ਉਹ ਵਾਈਸ ਪ੍ਰੈਜ਼ੀਡੈਂਟ, ਉਹਦਾ ਥੋੜਾ ਸਮਾਂ ਪਹਿਲਾਂ ਹੀ ਰਿਟਾਇਰ ਹੋਏ। ਉਹ ਵਾਈਸ ਪ੍ਰੈਜ਼ੀਡੈਂਟ ਸੀ। ਲਿੰਕ ਕਿੱਥੇ ਲਿੰਕ ਖੋੜ ਗਏ ਜੀ? ਹੋਰ ਵੀ ਕੋਈ ਲਿੰਕ ਹੋ ਸਕਦੇ। ਵਾਕਈ ਆਪਾਂ ਦੇਖੀਏ ਤਾਂ ਉਹ ਸ਼ੂਟਰ ਬੜਾ ਤਕੜਾ ਹੈ, ਉਹਦਾ ਬੇਟਾ ਬੜਾ ਤਕੜਾ ਸ਼ੂਟਰ ਹੈ, ਸ਼ਾਇਦ ਗੋਲਡ ਮੈਡਲਿਸਟ ਹੈ ਜੀ। ਇਹੋ ਜਿਹੇ ਕਨੈਕਸ਼ਨ ਹੁੰਦੇ ਜਿਹਦੇ ਪਤਾ ਲੱਗਦਾ ਕਿ ਇਹ ਬੰਦੇ ਦੀ ਜਾਨ ਨੂੰ ਖਤਰਾ ਹੈ,
ਤੇ ਫਿਰ ਲਿਹਾਜ਼ ਵਾਲੇ ਤਾਂ ਫਿਰ ਪਾਲਦੇ ਆਪਾਂ ਆਪ ਬਚਾਉਂਦੇ, ਆਪਾਂ ਨਹੀਂ ਬਚਾਉਂਦੇ। ਇੱਕ ਦੂਜੇ ਨੂੰ ਬਚਾਉਣ ਵਾਲੀ ਗੱਲ ਹੈ। ਇਸ ਕਰਕੇ ਗੱਲਾਂ ਕਾਰਨ ਵੀ ਕਰੋੜਾਂ ਰੁਪਏ ਇਸੇ ਕਰਕੇ ਖਰਚ। ਬਿਲਕੁਲ ਬਿਲਕੁਲ। ਇਹਦੇ ਨਾਲ ਹੁਣ ਤੁਸੀਂ ਅੱਗੇ ਦੇਖੋ, ਅੱਗੇ ਜੇ ਆਪਾਂ ਦੇਖੀਏ ਤਾਂ ਲਿਹਾਜ਼ਾਂ ਕਿੱਥੇ ਕਿੱਥੇ ਨਹੀਂ ਭੁਗਤੀਆਂ। ਜਦੋਂ ਜਗਦੀਸ਼ ਭੋਲੇ ਨੇ ਕਿਹਾ ਕਿ ਮੈਨੂੰ ਤਾਂ ਘੜੀਸੀ ਫਿਰਦੇ ਹੈ 6000 ਕਰੋੜ ਰੁਪਏ ਦੇ ਡਰੱਗ ਐਕਟ ਦੇ ਵਿੱਚ ਤਾਂ ਵੱਡੇ ਵੱਡੇ ਲੋਕ ਆਉਂਦੇ ਹੈ, ਵਜ਼ੀਰ ਆਉਂਦੇ ਹੈ, ਉਦੋਂ ਮਲਮੀ ਜੀ ਜੀਭ ਦੇ ਨਾਲ ਵੀ ਕੌਣ ਆਉਂਦਾ ਜੀ, ਕੌਣ ਆਉਂਦਾ ਇਹ ਕਰਦੇ ਸੀ। ਤੇ ਫਿਰ ਅਖਬਾਰਾਂ 'ਚ ਖਬਰਾਂ ਲੱਗ ਗਈਆਂ। ਉਦੋਂ ਲੱਗੀਆਂ ਜਦੋਂ ਕਹਿੰਦੇ ਨਿਰੰਜਨ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਨੂੰ ਤਲਬ ਕਰ ਲਿਆ। 2 ਵਾਰੀ ਤਲਬ ਕੀਤਾ। ਉਹ ਫਾਈਲ ਕਿੱਥੇ ਹੈ? ਉਹ ਫਾਈਲ ਖੁੱਲੀ ਕਿਉਂ ਨਹੀਂ? ਉਹਦਾ ਕੀ ਹੋਇਆ? ਕੀ ਉਹ ਬੰਦ ਹੋ ਗਈ? ਕੀ ਉਹ ਮਾਮਲਾ ਖਤਮ ਕਰਤਾ? ਬੰਦ ਨਹੀਂ ਹੋ ਗਈ ਥੱਲੇ। ਨਹੀਂ। ਉਹ ਤੋਂ ਬਾਅਦ ਤੁਸੀਂ ਹੋਰ ਦੇਖੋ, ਫਿਰ ਇਹ ਰੌਲਾ ਪੈਂਦਾ ਹੈ। ਪੰਜਾਬ 'ਚ ਨਸ਼ਿਆਂ ਦੀ ਗੱਲ ਹੁੰਦੀ ਆ, ਮਾਮਲਾ ਹਾਈ ਕੋਰਟ 'ਚ ਜਾਂਦਾ ਹੈ। ਹਾਈ ਕੋਰਟ ਚਟੋਪਾਧਿਆ ਦੀ ਅਗਵਾਈ ਹੇਠ ਇਨਕੁਆਇਰੀ ਬਣਾਉਂਦੀ ਹੈ, ਕਮੇਟੀ ਬਣਾਉਂਦੀ ਹੈ SIT। ਉਹ SIT ਰਿਪੋਰਟ ਦਿੰਦੀ ਹੈ। ਕਿੰਨੀ ਦੇਰ ਹੋ ਗਈ ਉਹ ਰਿਪੋਰਟ ਨੂੰ ਆਈ ਨੂੰ? ਨਵਜੋਤ ਸਿੰਘ ਸਿੱਧੂ ਦੇ ਹਵਾਲੇ ਨਾਲ ਇੱਕ ਵਾਰੀ ਇੱਕ ਵਕੀਲ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਸ਼ਾਇਦ ਨਵਜੋਤ ਸਿੰਘ ਸਿੱਧੂ ਨੇ ਵੀ ਕੀਤਾ ਸੀ, ਕਿ ਇਹਨਾਂ ਬੰਦਿਆਂ ਨੂੰ ਇੰਡਿਕਟ ਕੀਤਾ, ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ? ਜੇ ਨਵਜੋਤ ਸਿੱਧੂ ਕੋਲੇ ਉਹ ਗੱਲ ਆ ਸਕਦੀ ਹੈ ਤੇ ਫਿਰ ਪੰਜਾਬ ਸਰਕਾਰ ਕੋਲੇ ਨਹੀਂ ਗੱਲ ਆ ਸਕਦੀ। ਉਹ ਗੱਲ ਗਾਂ ਕਿਉਂ ਨਹੀਂ ਤੁਰਦੀ? ਦੀ ਪੈਰਵੀ ਕਿਉਂ ਨਹੀਂ ਹੁੰਦੀ? ਫਿਰ ਉਹੀ ਗੱਲ ਆ ਗਈ ਕਿ ਚਾਚਾ ਭਤੀਜਾ ਸਾਹਿਬ ਇਧਰ ਫਿਰ ਕੇ। ਮੇਰੇ ਇੰਨਾ ਕੁ ਯਾਦ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ 2014 ਵੇਲੇ ਖੜਾ ਹੋਇਆ ਅਰੁਣ ਜੇਤਲੀ ਦੇ ਖਿਲਾਫ ਅੰਮ੍ਰਿਤਸਰ ਤੋਂ, ਤੇ ਪਾਰਲੀਮੈਂਟ ਦਾ ਮੈਂਬਰ ਬਣਿਆ, ਕਹਿੰਦੇ ਜੀ ਉਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਮਜੀਠੇ ਪਿੰਡ 'ਚ ਵੀ ਗਏ ਸੀ ਦੇਖਣ ਵਾਸਤੇ, ਵੋਟਾਂ ਪੈਂਦੀਆਂ। ਤੇ ਜਦੋਂ ਪੋਲਿੰਗ ਚੈੱਕ ਕਰਨ ਵਾਸਤੇ ਗਏ ਸੀ, ਕਹਿੰਦੇ ਮਜੀਠੀਆ ਸਾਹਿਬ ਲਾਈਨ 'ਚ ਖੜੇ ਸੀ ਤੇ ਫਤਿਹ ਵੀ ਬੁਲਾਈ ਸੀ, ਗੋਡੀਆਂ ਹੱਥ ਵੀ ਲਾਏ, ਚਾਚਾ ਜੀ ਸਤਿ ਸ੍ਰੀ ਅਕਾਲ, ਮੈਂ ਖੜਾ ਜੀ। ਹਾਂ ਮਤਲਬ ਗੱਲ ਤਾਂ ਇਹ ਮੈਂ ਤਾਂ ਜੀ ਮਤਲਬ ਕੋਈ ਗੜਬੜ ਨਹੀਂ ਕਰ ਰਿਹਾ। ਇਹ ਫਿਰ ਉਹ ਜੇ ਚਾਚੇ ਭਤੀਜੇ ਵਾਲੀਆਂ ਗੱਲਾਂ ਚੱਲਦੀਆਂ ਹੈ ਤਾਂ ਇਹਦੇ 'ਚ ਵੀ ਤੁਸੀਂ ਪੁੱਛਿਆ ਹੁਣ ਵੀ ਮੁਖਤਿਆਰ ਅਨਸਾਰੀ ਨੂੰ ਫਿਰ ਕਿਉਂ ਲਿਆਂਦਾ ਗਿਆ? ਤੇ ਫਿਰ ਜਿਹੜਾ ਇਧਰਲੇ ਪਾਸੇ ਵਿਚਾਰਾ ਉਹ ਤਾਂ ਕੀ ਹੈ ਸਰਵਣ ਸਿੰਘ ਫਲੌਰ, ਉਹਦਾ ਅਸਤੀਫਾ ਤਾਂ ਲੈ ਲਿਆ, ਤੇ ਇਧਰੋਂ ਅਸਤੀਫਾ ਕਿਉਂ ਨਹੀਂ ਲਿਆ ਗਿਆ ਸੀ? ਫਿਰ ਦੂਜਿਆਂ ਦੇ ਖਿਲਾਫ ਤਾਂ ਕਾਰਵਾਈ ਬੜੀ ਤੇਜ਼ੀ ਨਾਲ ਚੱਲਦੀ ਹੈ, ਇੱਥੇ ਕਾਰਵਾਈ ਕਿਉਂ ਨਹੀਂ ਚੱਲਦੀ? ਇਹ ਬੜਾ ਕੁਛ ਹੈ ਜੀ, ਰਾਜਨੀਤੀ ਦੀਆਂ ਖੇਡਾਂ ਬੜੀਆਂ ਅਵਲੀਆਂ। ਚਲੋ ਗੱਲ ਇਹ ਹੈ, ਲੋਕ ਵੀ ਹੌਲੀ ਹੌਲੀ ਸਮਝਣ ਲੱਗ ਪੈਣਗੇ। ਪਰ ਢਿੱਲੋਂ ਸਾਹਿਬ, ਕਿਸਾਨ ਅੰਦੋਲਨ ਦੇ ਜੇ ਆਪਾਂ ਆਖੀਏ ਕਿ ਮਾਮਲੇ ਤੇ ਕਹਿੰਦੇ ਜਿਹੜਾ ਵੀ ਸਰਕਾਰ ਨੂੰ ਕੋਸਦਾ ਹੈ ਤੇ ਸਰਕਾਰ ਉਹਦੀ ਚੂੜੀ ਕੱਸ ਦਿੰਦੀ ਹੈ, ਕੋਸਣ ਵਾਲੇ ਦੀ ਚੂੜੀ ਕੱਸ ਦਿੰਦੀ ਹੈ। ਬਿਲਕੁਲ, ਚੂੜੀ ਕੱਸਣ ਵਾਸਤੇ ਸਰਕਾਰ ਕੋਲੇ ਮਸ਼ੀਨਰੀ ਬਹੁਤ ਵਧੀਆ ਜੀ। ਪਹਿਲੀ ਗੱਲ ਤਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ NIA ਜੀ, ਫਿਰ CBI ਹੈ, ਉਹ ਤੋਂ ਬਾਅਦ ਫਿਰ ED ਹੈ, ਫਿਰ ਇਨਕਮ ਟੈਕਸ ਹੈ। ਇਹ ਸਾਰੇ ਦਾ ਸਾਰਾ ਕੁਛ ਹੈਗਾ। 2 ਦਿਨ ਪਹਿਲਾਂ ਰਾਹੁਲ ਗਾਂਧੀ ਦੀ ਵਾਰਤਾ ਹੋਈ ਸੀ ਇੱਕ ਕੌਸ਼ਲ ਬਸੂ ਹੈ ਮੇਰਾ ਖਿਆਲ ਉਹਨਾਂ ਦਾ ਨਾਂ, ਜਿਹੜੇ ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਹੁੰਦੇ ਸੀ ਉਦੋਂ ਉਹਨਾਂ ਦੇ ਹੁੰਦੇ ਸੀਗੇ ਉਹ ਕੀ ਆਪਣੇ ਕਿਹੜਾ ਕਹਾਂਗੇ ਇਹਨੂੰ, ਆਰਥਿਕ ਸਲਾਹਕਾਰ, ਇਕਨੋਮਿਕ ਐਡਵਾਈਜ਼ਰ ਕੌਸ਼ਿਕ ਬਸੂ ਜੀ। ਉਹ ਕੋਰਲਿਨ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਅੱਜ ਕੱਲ੍ਹ ਜੀ। ਉਹਨਾਂ ਦੇ ਨਾਲ ਉਹਨਾਂ ਦੀ ਇੱਕ ਵਾਰਤਾ ਹੋਈ ਸੀਗੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਡਿਜੀਟਲ ਸਿਸਟਮ ਦੇ ਨਾਲ ਜੀ। ਉਦੋਂ ਗੱਲ ਕਰਦਿਆਂ ਉਹਨੇ 2-3 ਗੱਲਾਂ ਕਹੀਆਂ ਸੀ ਕਿ RSS ਜਿਹੜੀ ਹੈਗੀ ਹੈ ਉਹਨੇ ਭਾਰਤ ਦੀਆਂ ਸਾਰੀਆਂ ਸੰਸਥਾਵਾਂ ਦੇ ਉੱਤੇ ਕਬਜ਼ਾ ਜਮਾਉਣਾ ਸ਼ੁਰੂ ਕਰ ਦਿੱਤਾ ਜੀ। ਐਮਰਜੈਂਸੀ ਦੀ ਗੱਲ ਕੀਤੀ, ਉਹਨੇ ਕਿਹਾ ਕਿ ਮੇਰੀ ਦਾਦੀ ਨੇ ਐਮਰਜੈਂਸੀ ਲਾਈ ਸੀ, ਗਲਤੀ ਉਹਨੇ ਵੀ ਮੰਨ ਲਈ ਸੀ, ਲੇਕਿਨ ਉਹ ਐਮਰਜੈਂਸੀ ਗਲਤ ਸੀ ਜੀ। ਪਰ ਉਹ ਨਾਲ ਕਹਿੰਦਾ ਕਿ ਐਮਰਜੈਂਸੀ ਵੇਲੇ ਅਸੀਂ ਸੰਸਥਾਵਾਂ ਨੂੰ ਹਥਿਆਇਆ ਨਹੀਂ ਸੀ, ਇੰਸਟੀਟਿਊਸ਼ਨਸ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਜੀ। ਉਹਨੇ ਕਿਹਾ ਜੀ ਸਾਡੇ ਵੇਲੇ ਮੀਡੀਆ ਵੀ ਆਜ਼ਾਦ ਸੀ, ਸਾਡੇ ਵੇਲੇ ਜੁਡੀਸ਼ਰੀ ਵੀ ਆਜ਼ਾਦ ਸੀ। ਮੈਂ ਉਹਦੀਆਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਜੀ, ਕਿਉਂਕਿ ਉਸ ਵੇਲੇ ਜਿਹੜੀ ਹੈਗੀ ਹੈ ਜੁਡੀਸ਼ਰੀ ਨੂੰ ਵੀ ਅਸੀਂ ਨਹੀਂ ਕਹਿ ਸਕਦੇ ਕਿ ਜੁਡੀਸ਼ਰੀ ਤੇ ਪ੍ਰੈਸ਼ਰ ਨਹੀਂ ਸੀ, ਅੰਡਰ ਪ੍ਰੈਸ਼ਰ ਨਹੀਂ ਸੀ। ਜਿਹੜੇ ਜੱਜਾਂ ਨੇ ਇੰਦਰਾ ਗਾਂਧੀ ਦੀ ਹਾਂ ਦੇ ਵਿੱਚ ਹਾਂ ਨਹੀਂ ਭਰੀ, ਉਹਨਾਂ ਨੂੰ ਖਮਿਆਜਾ ਭੁਗਤਣਾ ਪਿਆ ਸੀ। ਕਈ ਜਿਹੜੇ ਸੀਨੀਅਰ ਜੱਜ ਸੀ ਉਹਨਾਂ ਨੂੰ ਓਵਰ ਰੂਲ ਕਰਕੇ ਜੂਨੀਅਰ ਜੱਜ ਨੂੰ ਚੀਫ ਜਸਟਿਸ ਆਫ ਇੰਡੀਆ ਬਣਾ ਦਿੱਤਾ ਸੀ। ਇਸ ਕਰਕੇ ਕਿਉਂਕਿ ਉਹਨਾਂ ਨੇ ਇੰਦਰਾ ਗਾਂਧੀ ਦੀ ਸੁਰ ਦੇ ਵਿੱਚ ਸੁਰ ਨਹੀਂ ਮਿਲਾਈ ਸੀ ਜੀ। ਇਹੀ ਤਰੀਕਾ ਜੇ ਆਪਾਂ ਦੇਖੀਏ ਤਾਂ ਸੈਂਸਰਸ਼ਿਪ ਉਦੋਂ ਵੀ ਲੱਗੀ ਹੋਈ ਸੀ ਬਹੁਤ, ਪਰ ਉਹਦੇ 'ਚ ਇੰਨੀ ਗੱਲ ਜਾਣਨ ਵਾਲੀ ਸਭ ਕਿ ਮੈਂ ਐਮਰਜੈਂਸੀ ਦਾ ਸਾਰਾ ਦੌਰ ਦੇਖਿਆ। ਐਮਰਜੈਂਸੀ ਦੇ ਜਿਹੜੇ ਪਹਿਲੇ 7-8 ਮਹੀਨੇ
ਜੀ ਉਹ ਤਾਂ ਅਸੀਂ ਪੂਰੀ ਐਂ ਲੱਗਦਾ ਸੀ ਵੀ ਸਾਹ ਘੁੱਟ ਗਿਆ, ਸਾਹ ਬੰਦ ਹੋ ਗਿਆ। ਹਾਂ, ਪਰ ਮਗਰੋਂ ਆ ਕੇ ਐਮਰਜੈਂਸੀ ਦੀ ਉਹ ਦਹਿਸ਼ਤ, ਉਹ ਡਰ, ਉਹ ਭੈ ਨਹੀਂ ਰਹੇ, ਉਹ ਖਤਮ ਹੋ ਗਿਆ ਸੀ। ਪਰ ਇੰਦਰਾ ਗਾਂਧੀ ਨੇ ਐਮਰਜੈਂਸੀ ਰੱਖੀ ਕਿੰਨਾ ਚਿਰ? ਉਹ ਰੱਖੀ 19 ਮਹੀਨੇ। 19 ਮਹੀਨੇ ਤੋਂ ਬਾਅਦ ਚੋਣਾਂ ਕਰਾਤੀਆਂ। ਹੁਣ ਭਾਰਤ ਦੇ ਵਿੱਚ ਐਮਰਜੈਂਸੀ ਤਾਂ ਲੱਗੀ ਨਹੀਂ ਹੋਈ, ਪਰ ਸਾਰਾ ਕੁਝ ਹੈ ਐਮਰਜੈਂਸੀ ਵਾਲਾ। ਇੰਸਟੀਟਿਊਸ਼ਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇੰਸਟੀਟਿਊਸ਼ਨਸ ਇੱਕ ਕਿਸਮ ਦੇ ਤਬਾਹ ਹੋ ਗਏ। ਮਤਲਬ ਹੈ ਵੀ ਸਾਰਾ ਕੁਝ ਉਹਨੂੰ ਸੰਵਿਧਾਨਕ ਤੌਰ ਦੇ ਉੱਤੇ ਬਰਕਰਾਰ ਹੈ ਜੀ, ਪਰ ਅਮਲ ਦੇ ਵਿੱਚ ਉਹ ਅਰਥਹੀਨ ਹੋ ਗਏ, ਉਹ ਬੇਅਸਰ ਹੋ ਗਏ। ਇਹਨਾਂ ਬੇਅਸਰਾਂ ਦੇ ਚੱਲਦਿਆਂ ਹੁਣ ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹ ਪ੍ਰੋਫੈਸ਼ਨਲੀ ਕੰਮ ਨਹੀਂ ਕਰਦੀ ਜੀ। ਉਹ ਤੋਂ ਇਹ ਕੰਮ ਕਰਵਾਇਆ ਜਾਂਦਾ ਕਿ ਸਵਰਨ ਸਿੰਘ ਦਾਨੇ ਵਾਲੀਆ ਫਿੱਟ ਨਹੀਂ ਜੀ, ਜਾਓ ਚੱਕ ਲਿਆਓ ਉਹਦੀਆਂ ਸਾਰਾ ਕੈਮਰੇ ਕੂਮਰੇ ਤੇ ਮਾਈਕ ਮੂਕ ਪੱਟ ਲਿਆਓ। ਇਹੀ ਤਰੀਕਾ ਕਰ ਹੁੰਦਾ। ਕਿਸਾਨ ਅੰਦੋਲਨ ਦੀ ਜਿਨ੍ਹਾਂ ਨੇ ਹਮਾਇਤ ਕੀਤੀ, ਸਭ ਤੋਂ ਪਹਿਲਾਂ ਦੇਖੀ ਤੇ ਆਪਾਂ ਪੰਜਾਬ ਦੇ ਆੜਤੀਆ ਵਰਗ ਨੇ ਕੀਤੀ ਜੀ। ਆੜਤੀਆ ਵਰਗ ਦਾ ਕਾਰਨ ਇਹ ਸੀ ਕਿ ਆੜਤੀਆ ਵਰਗ ਨੂੰ ਪਤਾ ਸੀ ਕਿ ਕਿਸਾਨ ਦਾ ਜੇ ਕਚੂਮਰ ਨਿਕਲਦਾ ਬਚਦੇ ਅਸੀਂ ਵੀ ਨਹੀਂ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜਦੋਂ ਕਣਕ ਪੀਸੀ ਦੀ ਹੈ ਤੇ ਘੁਣਾ ਨਾਲ ਹੀ ਪੀਸੀ ਦਾ ਹੈ। ਜੇ ਜ਼ਿਮੀਦਾਰ ਮਰੂਗਾ, ਕਿਸਾਨ ਮਰੂਗਾ ਤਾਂ ਆੜਤ ਦਾ ਕਾਰੋਬਾਰ ਵੀ ਤਬਾਹ ਹੋਣਾ, ਕਿਉਂਕਿ ਉਹ ਸਾਰੇ ਦਾ ਸਾਰਾ ਜਿਹੜਾ ਮੰਡੀਆਂ ਵਾਲਾ ਸਿਸਟਮ ਹੀ ਤਬਾਹ ਹੁੰਦਾ। ਉਹਨਾਂ ਨੇ ਭਾਈਚਾਰੇ ਨੇ, ਆੜਤੀਆ ਭਾਈਚਾਰੇ ਨੇ ਕਿਸਾਨ ਭਾਈਚਾਰੇ ਦੀ ਮਦਦ ਕੀਤੀ। ਕਿੰਨੇ ਆੜਤੀਆਂ ਨੂੰ ਜਿਹੜੇ ਹੈਗੇ ਇਨਕਮ ਟੈਕਸ ਦੇ ਨੋਟਿਸ ਆ ਗਏ, ਬਹੁਤ ਆਏ ਨਾ। ਇਹੀ ਚੀਜ਼ ਆਪਾਂ ਦੇਖੀਏ, ਜਿਨ੍ਹਾਂ ਟਰਾਂਸਪੋਰਟਰਾਂ ਨੇ ਆਪਣੀਆਂ ਮੋਟਰਾਂ ਦੇਤੀਆਂ ਉਹਨਾਂ ਦੇ ਨਾਲ ਦੀ ਨਾਲ ਨੋਟਿਸ ਆ ਗਏ। ਫਿਰ ਤੁਸੀਂ ਇਹ ਦੇਖੋ ਕਿ ਜੇ ਕੋਈ ਕਲਾਕਾਰ ਗਾਉਣ ਵਾਲੇ, ਉਹਨਾਂ ਨੇ ਉੱਥੇ ਜਾ ਕੇ ਗਾਉਣਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਦੇ ਮਗਰ ਪੈ ਗਏ। ਇਵੇਂ ਜਿਵੇਂ ਹੁਣ ਜਿਹੜੀ ਰਹਿੰਦੀ ਖੂਦ ਦੀ ਕਸਰ ਹੈ ਉਹ ਹੈਗੀ ਹੈ ਜਿਹੜੇ ਫਿਲਮੀ ਕਲਾਕਾਰ, ਉਹਨਾਂ ਤੇ ਫਿਲਮੀ ਕਲਾਕਾਰਾਂ ਦੇ ਵਿੱਚ ਜਿਹੜੇ ਨਾਂ ਆਉਂਦੇ ਹੈ ਉਹਨਾਂ ਦੇ ਵਿੱਚ ਇੱਕ ਤਾਂ ਜੀ ਹੈਗੀ ਤਾਪਸੀ ਪੰਨੂ ਜੀ, ਅਨੁਰਾਗ ਕੈਸ਼ਪ, ਵਿਕਾਸ ਬਹਿਲ ਵਗੈਰਾ। ਜਿਹੜੀ ਇਹ ਲੜਕੀ ਹੈ ਤਾਪਸੀ ਪੰਨੂ, ਤਾਪਸੀ ਪੰਨੂ ਕਈ ਵਾਰੀ ਦਸਤ ਪੰਜਾ ਲੈ ਚੁੱਕੀ ਹੈ ਕੰਗਨਾ ਰਣੌਤ ਦੇ ਨਾਲ ਜੀ। ਤੇ ਕੰਗਨਾ ਰਣੌਤ ਹਰਮਨ ਪਿਆਰੀ ਹੈ, ਪੂਰੀ ਹਰਮਨ ਸਰਕਾਰ ਦੀ। ਕੰਗਨਾ ਰਣੌਤ ਨੇ ਹਰ ਥਾਂ ਦੇ ਉੱਤੇ ਮਤਲਬ ਜਿਹੜਾ ਹੈਗਾ ਸਰਕਾਰ ਦੇ ਹੱਕ ਵਿੱਚ ਭੁਗਤਣਾ, ਕਿਸਾਨਾਂ ਦੇ ਖਿਲਾਫ ਬੋਲਦੀ ਹੈ। ਇਹੀ ਤਰੀਕਾ ਕਰ ਜੇ ਆਪਾਂ ਕਰੀਏ ਅਨੁਰਾਗ ਕੈਸ਼ਪ ਨੂੰ, ਤਾਂ ਅਨੁਰਾਗ ਕੈਸ਼ਪ ਨੂੰ ਤੁਸੀਂ ਨੋਟ ਕਰੋ, ਡੇ 1 ਤੋਂ ਇਹ ਬੰਦਾ ਮੋਦੀ ਸਰਕਾਰ ਦੀਆਂ ਅੱਖਾਂ 'ਚ ਰੜਕਦਾ ਹੈ। ਜਦੋਂ JNU ਦੇ ਵਿੱਚ ਗੜਬੜ ਹੋਈ ਹੈ ਜਾਂ ਗੜਬੜ ਬਣਾਈ ਗਈ ਹੈ, ਕਿਹਾ ਗਿਆ ਜੀ, ਉਦੋਂ ਇਹ ਬੰਦਾ JNU ਦੇ ਹੱਕ 'ਚ ਭੁਗਤਿਆ ਸੀ। ਜਦੋਂ CCI ਵਾਲਾ ਸੀਗਾ, ਨਾਗਰਿਕਤਾ ਕਾਨੂੰਨ ਵਾਲਾ ਅੰਦੋਲਨ ਚੱਲਦਾ, ਇਹਨੇ ਅੰਦੋਲਨਕਾਰੀਆਂ ਦੇ ਹੱਕ 'ਚ ਹਾਦਾ ਨਾਰਾ ਮਾਰਿਆ ਸੀ। ਫਿਰ ਤੁਸੀਂ ਦੇਖੋ ਵੀ ਜਿਹੜੀ ਜਾਮੀਆ ਯੂਨੀਵਰਸਿਟੀ ਹੈ, ਅਲੀਗੜ੍ਹ ਯੂਨੀਵਰਸਿਟੀ ਹੈ, ਉੱਥੇ ਜਦੋਂ ਲਾਠੀਚਾਰਜ ਹੋਇਆ ਸੀ ਇਹਨੇ ਉਦੋਂ ਵੀ ਗੱਲ ਕੀਤੀ ਸੀ। ਤੇ ਹੁਣ ਫਿਰ ਜੀ ਕੱਲ੍ਹ ਮੁੰਬਈ ਤੇ ਪੂਨੇ 30 ਥਾਵਾਂ ਤੇ ਪਹੁੰਚ ਗਈਆਂ ਜੀ ਇਨਕਮ ਟੈਕਸ ਦੀਆਂ ਟੀਮਾਂ। ਦੇਰ ਰਾਤ ਤੱਕ ਪੁੱਛਗਿੱਛ ਹੁੰਦੀ ਰਹੀ ਹੈ ਤਾਪਸੀ ਪੰਨੂ ਦੀ ਤੇ ਅਨੁਰਾਗ ਕੈਸ਼ਪ ਦੀ ਜੀ। ਇਹਦਾ ਹਿਸਾਬ ਕਿਤਾਬ ਦਿਓ ਜੀ। ਚਲੋ ਉਹ ਜੋ ਹਿਸਾਬ ਕਿਤਾਬ ਦੇਣਗੇ। ਅਸੀਂ ਇਹ ਨਹੀਂ ਕਹਿੰਦੇ ਕਿ ਫਿਲਮੀ ਜਿਹੜੀ ਨਗਰੀ ਹੈ, ਫਿਲਮ ਨਗਰੀ ਦੇ ਵਿੱਚ ਹੇਰਾ ਫੇਰੀ ਨਹੀਂ ਹੁੰਦੀ ਜੀ। ਕਾਲਾ ਧਨ ਫਿਲਮ ਨਗਰੀ ਦੇ ਵਿੱਚ ਬਹੁਤ ਵਾਈਟ ਹੁੰਦਾ ਹੈ, ਬੜਾ ਤਬਦੀਲ ਹੁੰਦਾ, ਗੜਬੜ ਜ਼ਰੂਰ ਹੋਊਗੀ ਜੀ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਗੜਬੜ ਕਰਨ ਵਾਲੇ ਇਕੱਲੇ ਹੀ ਹੈ, ਹੋਰ ਹੈ ਨਹੀਂ ਕਿ ਕੰਗਣਾ ਹੈ ਨਹੀਂ? ਕੰਗਣਾ ਨੇ, ਚਲੋ ਕੰਗਣਾ ਹੈ। ਅਮਿਤਾਭ ਬੱਚਨ ਬਾਰੇ ਕਿਹਾ ਜਾਂਦਾ ਸੀ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਸੀ, ਇੱਕ ਵਾਰੀ ਕਹਿੰਦੇ ਪੈਟਰੋਲ ਵੱਧ ਗਿਆ ਸੀ ਜੀ, ਤੇ ਅਮਿਤਾਭ ਬੱਚਨ ਨੇ ਕਿਹਾ ਸੀਗਾ ਪੈਟਰੋਲ ਪੰਪ ਤੇ ਜਾ ਕੇ, ਕਹਿੰਦੇ ਜੀ ਥੋੜਾ ਜਿਹਾ ਛੜਕਾ ਵਾਸਤੇ ਤੇਲ ਦੇ ਦਿਓ, ਗੱਡੀ ਨੂੰ ਅੱਗ ਲਾਉਣੀ। ਤੇ ਹੁਣ ਜਿਹੜਾ ਹੈਗਾ ਪੈਟਰੋਲ ਭਾਰਤ ਦੇ ਕਈ ਹਿੱਸਿਆਂ 'ਚ ਤਾਂ 100 ਤੋਂ ਪਾਰ ਹੋ ਗਿਆ। ਅਮਿਤਾਭ ਬੱਚਨ ਹੁਣ ਬੋਲਦਾ ਕਿਉਂ ਨਹੀਂ? ਜੇ ਨਹੀਂ ਬੋਲਦਾ ਤਾਂ ਉਹਦੇ ਕਿਹੜਾ ਰੇਡ ਹੋਈ ਹੈ? ਫਿਰ ਜੇ ਉਹ ਬੋਲਦਾ ਰੇਡ ਉਹਦੇ ਵੀ ਹੁੰਦੀ। ਹੋਰ ਬਹੁਤ ਸਾਰੇ ਹੈ ਕਿ ਆਪਣੇ ਉਹ ਅਕਸ਼ੇ ਕੁਮਾਰ ਹੈ, ਇੰਟਰਵਿਊ ਲੈਂਦੇ ਹੁੰਦੇ, ਹੈ ਕਲਾਕਾਰ ਜੀ, ਪਰ ਪ੍ਰਧਾਨ ਮੰਤਰੀ ਦੀ ਇੰਟਰਵਿਊ ਲੈਂਦਾ। ਅੰਬ ਕਿਵੇਂ ਚੂਪਦੇ ਹੁੰਦੇ ਹੋ ਜੀ, ਉਹ ਪੁੱਛਦਾ ਜਾ ਕੇ। ਇੱਕ ਆਪੇ ਨੇ ਹੋਰ ਹੈਗੇ ਆ ਬੜੇ ਵੱਡੇ ਕਲਾਕਾਰ, ਵਾਈਫ ਉਹਨਾਂ ਦੀ ਪਾਰਲੀਮੈਂਟ ਦੀ ਮੈਂਬਰ ਹੈ ਚੰਡੀਗੜ੍ਹ ਤੋਂ, ਕਿਰਨ ਖੇਰ ਦਾ ਘਰ ਵਾਲਾ ਅਨੂਪਮ ਖੇਰ। ਇਹ ਜਿਹੜੇ ਸਾਰੇ ਲੋਕ ਹੈ ਕਿ ਇਹ ਫਿਲਮਾਂ 'ਚ ਕੰਮ ਨਹੀਂ ਕਰਦੇ, ਇਹਨਾਂ ਕੋਲ ਨਹੀਂ ਆਉਂਦੇ। ਸੋ ਚੁਣ ਕੇ ਜਿਹੜੇ ਕਿਸਾਨ ਅੰਦੋਲਨ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਲੇ ਬੰਦੇ, ਜਿਹੜੇ ਕਿਸਾਨਾਂ ਦੇ ਹੱਕ ਵਿੱਚ ਨਾਰਾ ਮਾਰਦੇ ਆ ਹਾਦਾ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਉਹਨਾਂ ਨੂੰ ਬਣਾਇਆ। ਔਰ ਇਹਦਾ ਨੋਟਿਸ ਵੀ ਲਿਆ ਜੀ ਸਾਂਝੇ ਕਿਸਾਨ ਮੋਰਚੇ ਨੇ, ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਜਿੰਨੇ ਵੀ ਸਾਡੇ ਲੋਕ ਹੈ ਉਹਨਾਂ ਸਾਰੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ। ਟਰੈਕਟਰਾਂ ਟਰਾਲੀਆਂ ਵਾਲੇ ਉਹਨਾਂ ਨੇ ਤਾਂ ਘੇਰਾਬੰਦੀ ਕੀਤੀ ਹੈ। ਘੱਟੋ ਘੱਟ ਜਿਹੜੀਆਂ ਸੈਲੀਬ੍ਰਿਟੀ ਹੈ ਉਹਨਾਂ ਨੂੰ ਤਾਂ ਤੁਸੀਂ ਛੱਡ ਦਿਓ। ਔਰ ਤੁਸੀਂ ਜੇ ਆਪਾਂ CBI ਦੀ ਇਨਕਮ ਟੈਕਸ ਦੀ ਦੇਖੇ, ਇਹ ਜਦੋਂ ਹੁਣ ਚੋਣ ਪ੍ਰੋਗਰਾਮ ਦਾ ਐਲਾਨ ਹੋ ਚੁੱਕਿਆ,
ਚੋਣ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਵੀ ਚੋਣਾਂ ਵਾਲੇ ਰਾਜਾਂ ਦੇ ਵਿੱਚ ਸ਼ਰੇਆਮ ਸਾਰਾ ਕੁਝ ਹੋ ਰਿਹਾ, ਸਾਰਾ ਕੁਝ ਹੋਈ ਜਾਂਦਾ, ਟੈਰਰਾਈਜ਼ ਕੀਤਾ ਜਾ ਰਿਹਾ ਉਹਨਾਂ ਨੂੰ ਸਰਕਾਰੀ ਮਸ਼ੀਨਰੀ ਦੇ ਨਾਲ। ਸੋ ਜੋ ਰਾਹੁਲ ਗਾਂਧੀ ਨੇ ਗੱਲ ਕਹੀ ਹੈ ਕਿ ਇਸ ਵੇਲੇ ਹਾਲਾਤ ਭਾਰਤ ਦੇ ਐਮਰਜੈਂਸੀ ਨਾਲ ਭੈੜੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਉਹਨੇ ਤਾਂ ਇਦੋਂ ਵੀ ਗਾਂਹ ਟੱਪ ਗਿਆ। ਉਹ ਕਹਿੰਦਾ ਵੀ ਜਿਹੜੀ ਐਜੂਕੇਸ਼ਨਲ ਸਿਸਟਮ ਹੈ, ਐਜੂਕੇਸ਼ਨਲ ਸਿਸਟਮ ਦਾ ਪੂਰੀ ਤਰ੍ਹਾਂ ਨਾਲ ਭਗਵਾਕਰਨ ਕੀਤਾ ਜਾ ਰਿਹਾ ਹੈ। ਕਹਿੰਦਾ ਕੱਲ ਕਲੋਤਰ ਨੂੰ ਅਗਰ ਬੀਜੇਪੀ ਦੀ ਸਰਕਾਰ ਨੂੰ ਤਬਦੀਲ ਵੀ ਕਰ ਦਿੱਤਾ ਜਾਂਦਾ ਹੈ, ਜਿਸ ਤਰ੍ਹਾਂ ਐਜੂਕੇਸ਼ਨਲ ਸਿਸਟਮ 'ਚ ਇੰਸਟੀਟਿਊਸ਼ਨਲ ਸਿਸਟਮ ਦੇ ਵਿੱਚ RSS ਨੇ ਘੁਸਪੈਠ ਕਰ ਲਈ, ਉਹ ਬਹੁਤ ਸਫਾਈ ਕਰਨੀ ਕਿਸੇ ਵੀ ਸਰਕਾਰ ਲਈ ਮੁਸ਼ਕਿਲ ਹੋ ਜਾਣੀ। ਮੈਂ ਰਾਹੁਲ ਗਾਂਧੀ ਨੂੰ ਆਪਾਂ ਕਈ ਮਾਮਲਿਆਂ ਦੇ ਵਿੱਚ ਕ੍ਰਿਟੀਸਾਈਜ਼ ਕਰਦੇ ਹਾਂ, ਲੇਕਿਨ ਇਹ ਗੱਲ ਮੰਨਣੀ ਪੈਣੀ ਹੈ ਦਾਨੇ ਵਾਲੇ ਸਾਹਿਬ, ਇਸ ਵੇਲੇ ਜਿਹੜਾ ਅਟੈਕ ਆਈਡੀਓਲੋਜੀਕਲੀ ਵਿਚਾਰਧਾਰਕ ਦੇ ਉੱਤੇ ਜਿਹੜਾ ਅਟੈਕ ਉਹ ਕਰ ਰਿਹਾ ਹੈ, ਖਾਸ ਕਰਕੇ ਉਦੋਂ ਜਦੋਂ ਉਹਦੀ ਆਪਦੀ ਪਾਰਟੀ ਦੇ ਵਿੱਚ ਇੱਕ ਬੜਾ ਵੱਡਾ ਸੰਕਟ ਖੜਾ ਹੋਇਆ, 23-24 ਬੰਦੇ ਜਿਹੜੇ ਹੈਗੇ ਉਲਟ ਖੜੋਤੇ ਹੈ। ਇਹਦੇ ਬਾਵਜੂਦ ਵੀ ਜੇ ਉਹ ਅਜੇ ਤੱਕ ਮਤਲਬ ਸਾਬਤ ਸਬੂਤ ਖੋ ਕੇ ਇਲਜ਼ਾਮ ਲਾਉਂਦਾ ਪ੍ਰਾਈਮ ਮਿਨਿਸਟਰ ਦੇ ਖਿਲਾਫ, ਪ੍ਰਾਈਮ ਮਿਨਿਸਟਰ ਤੇ ਚੀਫ ਮਿਨਿਸਟਰ ਹੈ ਨਾ ਜੀ, ਸਟੇਟ ਦਾ ਚੀਫ ਮਿਨਿਸਟਰ ਤੇ ਦੇਸ਼ ਦਾ ਪ੍ਰਾਈਮ ਮਿਨਿਸਟਰ ਬਹੁਤ ਪਾਵਰਫੁਲ ਹੁੰਦੇ ਹੈ। ਕਹਿੰਦੇ ਕਹਾਉਂਦੇ ਬੰਦਿਆਂ ਦੀਆਂ ਚੀਕਾਂ ਨਿਕਲ ਜਾਂਦੀਆਂ। ਕਹਿੰਦੇ ਆ ਨਾ ਜਦੋਂ ਸਾਹ ਲੈ ਕੇ ਆਕਸੀਜਨ ਲੈ ਕੇ ਤੇ ਕਾਰਬਨ ਡਾਈਆਕਸਾਈਡ ਛੱਡਦੇ, ਜਿਹਨੂੰ ਆਪਾਂ ਹਵਾੜ ਕਹਿੰਦੇ ਆ, ਜਿੱਧਰ ਨੂੰ ਹਵਾੜ ਜਾਂਦੀ ਹੈ ਤਬਾਹ ਹੋ ਜਾਂਦੀ ਹੈ। ਇੱਥੇ ਖੜਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ, ਪਰ ਜੋ ਖੜਦਾ ਤੇ ਇਹਦਾ ਮਤਲਬ ਹੈ ਵੀ ਉਹ ਬੰਦੇ ਨੇ ਕੁਛ ਜਿਹੜੀ ਹੈਗੀ ਪਕਿਆਈ ਉਹਦੇ 'ਚ ਆ ਗਈ ਜੀ। ਤੇ ਹੁਣ ਗੱਲ ਕਰੀਏ, ਆਪਾਂ ਸਾਰੀ ਗੱਲ ਕੀਤੀ ਹੈ ਕਿ ਗੱਲ ਸਹਿਮਤੀ ਦੀ ਆ ਗਈ, ਕਿਉਂਕਿ ਜੇ ਸਰਕਾਰ ਦੇ ਨਾਲ ਸਹਿਮਤ ਨਹੀਂ ਹੁੰਦੇ ਤਾਂ ਤੁਹਾਡੇ ਨਾਲ ਆਹ ਕੁਛ ਹੁੰਦਾ ਹੈ। ਪਰ ਹੁਣ ਕਹਿੰਦੇ ਵੀ ਸਰਕਾਰ ਨਾਲ ਅਸਹਿਮਤ ਨਾ ਹੋਣਾ ਦੇਸ਼ ਧਰੋਹ ਨਹੀਂ। ਇਸ ਦੇਸ਼ ਦੀ ਸੁਪਰੀਮ ਕੋਰਟ ਨੇ ਕਿਹਾ ਜੀ। ਵੈਸੇ ਤਾਂ ਜੇ ਅਸੀਂ ਦੇਖੀਏ, ਸੁਪਰੀਮ ਕੋਰਟ ਨੇ ਵਿਆਖਿਆ ਕੀਤੀ ਹੈ ਸਾਡੇ ਕਾਨੂੰਨ ਦੀ, ਸਾਡੇ ਸੰਵਿਧਾਨ ਵੀ ਇਹ ਗੱਲ ਕਹਿੰਦਾ ਹੈ, ਕਿਉਂਕਿ ਜਿੱਥੇ ਤੁਸੀਂ ਸਰਕਾਰ ਦੇ ਨਾਲ ਤੁਹਾਡੀ ਸਹਿਮਤੀ ਨਹੀਂ, ਲੋਕਤੰਤਰ ਦੇ ਵਿੱਚ ਅਸਹਿਮਤੀ ਜ਼ਰੂਰੀ ਹੈ। ਡਿਫਰੈਂਸਿਸ ਜਿਹੜੇ ਹੈਗੇ ਜ਼ਰੂਰੀ ਹੈ। ਡਿਫਰੈਂਸਿਸ ਤਾਂ ਤੁਹਾਡੇ ਘਰ ਦੇ ਵਿੱਚ ਵੀ ਹੈ ਨਾ, ਆਪਾਂ ਕਈ ਵਾਰੀ ਇੱਕ ਦੂਜੇ ਨਾਲ ਆਨਏਅਰ ਨਹੀਂ ਹੋ ਜਾਂਦੇ, ਆਪਾਂ ਆਨਏਅਰ ਹੋ ਜਾਂਦੇ। ਮੈਂ ਕਹਿੰਦਾ ਮੀਆਂ ਬੀਵੀ ਦੇ ਆਪਸ ਵਿੱਚ ਡਿਫਰੈਂਸਿਸ ਆ ਜਾਂਦੇ, ਤੁਹਾਡੇ ਬੱਚਿਆਂ ਨਾਲ ਡਿਫਰੈਂਸਿਸ ਆ ਜਾਂਦੇ। ਸੋਸਾਇਟੀ ਐਡਾ ਵੱਡਾ ਦੇਸ਼ ਹੈ, ਇੱਥੇ ਜ਼ਰੂਰੀ ਨਹੀਂ ਕਿ ਹਰੇਕ ਬੰਦਾ ਹਰੇਕ ਨਾਲ ਸਹਿਮਤ ਹੋਵੇ। ਸਵਾਲ ਇਹ ਹੈ ਕਿ ਅਸਹਿਮਤੀ ਤੇ ਹਿੰਸਾ, ਇਹ ਦੋ ਚੀਜ਼ਾਂ ਅਲੱਗ-ਅਲੱਗ ਹੈ। ਜੇ ਅਸੀਂ ਕਿਸੇ ਨਾਲ ਅਸਹਿਮਤ ਹਾਂ, ਸਾਡੇ ਕਿਸੇ ਨਾਲ ਵਿਚਾਰ ਨਹੀਂ ਲੜਦੇ, ਅਸੀਂ ਉਹਦੇ ਨਾਲ ਤਰਕ ਨਾਲ ਗੱਲ ਕਰਦੇ ਹਾਂ, ਆਨਏਅਰ ਵੀ ਆਪਾਂ ਇੱਕ ਦੂਜੇ ਨਾਲ ਜਿਹੜੀ ਹੈਗੀ ਹੈ ਡਿਬੇਟ 'ਚ ਪੈ ਜਾਂਦੇ ਹਾਂ, ਡਿਫਰੈਂਸਿਸ ਹੁੰਦੇ ਹੈ, ਡਿਫਰ ਕਰਦੇ ਹਾਂ ਇੱਕ ਦੂਜੇ ਨਾਲੋਂ, ਲੇਕਿਨ ਅਸੀਂ ਜਿਹੜੀ ਇਹ ਸ਼ਬਦਾਵਲੀ ਸਾਡੀ ਸਤਿਕਾਰਯੋਗ ਹੁੰਦੀ ਹੈ। ਅਸੀਂ ਕਦੇ ਕਿਸੇ ਦੂਜੇ ਨੂੰ ਕੁਛ ਨਹੀਂ ਕਰਦੇ। ਇਹ ਵਿਆਖਿਆ ਕੀਤੀ ਹੈ ਕਨਸਟੀਟਿਊਸ਼ਨ ਦੇ ਵਿੱਚ ਜੋ ਕੁਛ ਲਿਖਿਆ ਹੋਇਆ ਹੈ। ਔਰ ਮੇਰੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਸਟਿਸ ਸੰਜੇ ਕੌਲ ਜਿਹੜੇ ਬੜੇ ਕਾਬਲ ਜੱਜ ਹੈ, ਸਾਡੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਹੇ, ਉਹਨਾਂ ਦੀ ਅਗਵਾਈ ਵਾਲੇ ਬੈਂਚ ਨੇ ਇਹ ਗੱਲ ਕਹੀ। ਤੇ ਕਹੀ ਕਿਉਂ? ਕਹੀ ਇਸ ਕਰਕੇ ਹੈ ਕਿ ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕਰਤੀ, 2 ਟੁਕੜੇ ਕਰਤੇ, ਉਹ ਤੋਂ ਬਾਅਦ ਬਹੁਤ ਸਾਰੇ ਲੀਡਰਾਂ ਨੂੰ ਤਾਂ ਫੜ ਕੇ ਨਜ਼ਰਬੰਦ ਕਰਤਾ ਸੀ। ਲੇਕਿਨ ਉਸੇ ਸਮੇਂ ਦੌਰਾਨ ਜਦੋਂ ਨਜ਼ਰਬੰਦੀ ਤੋਂ ਕੁਝ ਲੋਕ ਰਿਹਾ ਹੋਏ ਤੇ ਕੁਝ ਬੰਦੇ ਵੈਸੇ ਬਾਹਰ ਸੀ, ਉਦੋਂ ਵੱਖ-ਵੱਖ ਲੋਕਾਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਹਨਾਂ ਦਿਨਾਂ ਦੇ ਵਿੱਚ ਹੀ ਚੀਨ ਦੇ ਨਾਲ ਸਾਡੀ ਤਣਾਤਣੀ ਹੋ ਗਈ ਸੀ, ਔਰ ਚੀਨ ਜਿਹੜਾ ਹੈਗਾ ਕਾਫੀ ਅਗਰੈਸਿਵ ਪੋਜੀਸ਼ਨ 'ਚ ਆ ਗਿਆ ਸੀ। ਉਹਨਾਂ ਦਿਨਾਂ ਦੇ ਵਿੱਚ ਫਾਰੂਕ ਅਬਦੁੱਲਾ ਨੇ ਇੱਕ ਗੱਲ ਕਹਿ ਦਿੱਤੀ ਕਿ ਧਾਰਾ 370 ਦੀ ਬਹਾਲੀ ਲਈ ਚੀਨ ਦੀ ਜਿਹੜੀ ਦਖਲਅੰਦਾਜ਼ੀ ਹੈ ਇਹ ਵੀ ਪ੍ਰਵਾਨ ਹੈ ਸਾਨੂੰ। ਸੰਬਤ ਪਾਤਰਾ ਜਿਹਨੂੰ ਬਹੁਤ ਹੀ ਕਈ ਵਾਰੀ ਤਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੜੇ ਪੁੱਠੇ ਸ਼ਬਦਾਂ ਨਾਲ ਸੰਬੋਧਨ ਕਰਦੇ ਆ, ਲੇਕਿਨ ਅਸੀਂ ਉਸ ਰਾਹ ਤੇ ਨਹੀਂ ਪੈਂਦੇ। ਉਹ ਬੀਜੇਪੀ ਦੇ ਸਪੋਕਸਪਰਸਨ ਹੈ। ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਸੀ ਕਿ ਇਹ ਜਿਹੜੀ ਗੱਲ ਕਰ ਰਿਹਾ ਹੈ, ਦੇਖੋ ਜੀ ਚੀਨ ਦੇ ਹੱਕ 'ਚ ਭੁਗਤ ਰਿਹਾ। ਉਹਦੇ ਤੋਂ ਉਤਸ਼ਾਹਿਤ ਹੋ ਕੇ 2 ਜਣੇ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਤੀ। ਕਹਿੰਦੇ ਜੀ ਇਹਨੇ ਤਾਂ ਦੇਸ਼ ਧਰੋਹੀ ਵਾਲੀ ਦੇਸ਼ ਨਾਲ ਗਦਾਰੀ ਕੀਤੀ ਹੈ। ਇੱਕ ਤਾਂ ਕਹਿੰਦੇ ਜੀ ਇਹਦੀ ਪਾਰਲੀਮੈਂਟ ਦੀ ਮੈਂਬਰੀ ਕਰ ਦਿਓ, ਖਤਮ ਹੋਣੀ, ਖਾਰਜ ਕਰੋ ਇਹਨੂੰ, ਇਹ ਸ਼੍ਰੀਨਗਰ ਤੋਂ MP ਹੈ ਜਿਹੜਾ, ਇਹਦੀ ਮੈਂਬਰੀ ਖਤਮ ਕਰ ਦਿਓ। ਦੂਜਾ ਕਹਿੰਦੇ ਜੀ 124 ਲਾ ਦਿਓ ਇਹਦੇ ਤੇ, ਅੱਛਾ ਜੀ, ਦੇਸ਼ ਧਰੋਹੀ ਦਾ ਕੇਸ ਬਣਾ ਦਿਓ। ਆਪਾਂ ਬੜੇ ਵਾਰੀ ਗੱਲ ਕਰ ਚੁੱਕੇ ਹਾਂ ਕਿ ਦੇਸ਼ ਧਰੋਹੀ ਵਾਲੀ ਜਿਹੜੀ ਧਾਰਾ 124 ਹੈ ਇਹ ਅੰਗਰੇਜ਼ਾਂ ਦੇ ਜ਼ਮਾਨੇ ਦੀ ਹੈ। ਦੇਸ਼ ਦਾ ਜਿਹੜੀ ਸੰਵਿਧਾਨ ਸਭਾ ਉੱਥੇ ਬਹਿਸ ਵੀ ਹੋਈ ਸੀ ਕਿ ਹੁਣ ਅਸੀਂ ਆਜ਼ਾਦ ਹੋ ਗਏ, ਇਹਦੀ ਲੋੜ ਨਹੀਂ, ਪਰ ਕਿਉਂਕਿ ਸੱਤਾ ਨੂੰ ਲੋੜ ਹੁੰਦੀ ਹੈ, ਸੱਤਾ ਨੂੰ ਲੋੜ ਹੁੰਦੀ ਹੈ, ਇਸ ਕਰਕੇ ਉਦੋਂ ਗੱਲ ਨਹੀਂ ਮੰਨੀ ਗਈ ਤੇ ਸੱਤਾ ਅੱਜ ਦੀ ਦੁਰਵਰਤੋਂ ਕਰਦੀ ਹੈ। ਉਹ ਚਲੇ ਗਏ ਜੀ, ਉਹਦੇ ਤੇ ਡਿਬੇਟ ਹੋਈ। ਉੱਥੇ ਫਿਰ ਜੱਜ ਸਾਹਿਬਾਨ ਨੇ ਕਿਹਾ ਕਿ ਕਿੱਡੀ ਕੁ ਵੱਡੀ ਗੱਲ ਹੋ ਗਈ, ਉਹਨੇ ਕੋਈ ਗੰਡਾਸਾ ਨਹੀਂ ਚੱਕਿਆ, ਉਹਦੇ ਕੋਈ ਰਫਲ ਨਹੀਂ। ਉਸ ਬੰਦੇ ਨੇ ਸਿਰਫ ਇਹ ਗੱਲ ਕਹੀ ਹੈ ਕਿ
ਧਾਰਾ 370 ਚੀਨ ਦੀ ਦਖਲਅੰਦਾਜ਼ੀ ਨਾਲ ਵੀ ਬਹਾਲ ਕਰਵਾਈ ਜਾ ਸਕਦੀ ਹੈ। ਕਹਿ ਸਕਦਾ ਦਖਲਅੰਦਾਜ਼ੀ ਕੋਈ ਇਹ ਤਾਂ ਨਹੀਂ ਵੀ ਇਕੱਲਾ ਉਹਨਾਂ ਨੇ ਹੱਦਾਂ ਹੀ ਪਾਰ ਕਰਨੀ, ਉਹ UN ਵੀ ਪਈ ਹੈ ਜੀ, ਉਹ ਕੌਮਾਂਤਰੀ ਮੰਚ ਵੀ ਪਏ। ਉਹਨਾਂ ਕੌਮਾਂਤਰੀ ਮੰਚ ਦੇ ਉੱਤੇ ਜੇ ਕੋਈ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਗੱਲ ਕਰਦੇ ਤਾਂ ਕਸ਼ਮੀਰੀ ਤੁਹਾਨੂੰ ਵੈਲਕਮ ਕਰਨਗੇ। ਇਹ ਤਾਂ ਦਿਸ ਗਿਆ। ਲੇਕਿਨ ਕਮਲਾ ਹੈਰਿਸ ਜਿਹੜੀ ਇਸ ਵੇਲੇ ਵਾਈਸ ਪ੍ਰੈਜ਼ੀਡੈਂਟ ਹੈ USA ਦੀ, ਕਮਲਾ ਹੈਰਿਸ ਨੇ ਵੀ ਕਿਹਾ ਸੀ ਕਿ ਤੁਸੀਂ ਗਲਤ ਕਰ ਰਹੇ ਹੋ, ਇਹ ਉਹਨਾਂ ਦੇ ਜਿਹੜੇ ਹੈਗੇ ਆ ਕਸ਼ਮੀਰੀਆਂ ਦੇ ਅਧਿਕਾਰਾਂ ਦੇ ਉੱਤੇ ਤੁਸੀਂ ਰੇਡ ਕਰ ਰਹੇ ਹੋ, ਛਾਪਾ ਮਾਰ ਰਹੇ ਹੋ, ਨਹੀਂ ਹੋਣਾ ਚਾਹੀਦਾ। ਇਹਨਾਂ ਨੇ ਜੀ ਹੁਣ ਇਸ ਢੰਗ ਦੇ ਨਾਲ ਉਹ ਕੀਤੀ ਹੈ। ਹੁਣ ਉਹ ਪਟੀਸ਼ਨ ਤਾਂ ਕਰਤੀ ਰੱਦ, 50,000 ਰੁਪਏ ਦਾ ਪਾਤਾ ਜ਼ੁਰਮਾਨਾ ਕਿ ਜਿਹੜਾ ਐਡਵੋਕੇਟ ਵੈਲਫੇਅਰ ਫੰਡ ਹੈ ਇਹਦੇ ਵਿੱਚ 50,000 ਰੁਪਏ ਜਮ੍ਹਾਂ ਕਰਵਾ ਦਿਓ। ਤੇ ਨਾਲ ਟਿੱਪਣੀ ਕੀਤੀ ਹੈ ਮਾਣਯੋਗ ਅਦਾਲਤ ਨੇ ਕਿ ਕੁਝ ਲੋਕ ਫੋਕੀ ਸ਼ੋਹਰਤ ਹਾਸਲ ਕਰਨ ਵਾਸਤੇ ਇਸ ਕਿਸਮ ਦੀ ਡਰਾਮੇਬਾਜ਼ੀ ਤੇ ਪ੍ਰਪੰਚ ਹੈ ਜਿਹੜੇ ਉਹ ਕਰਨ ਤੋਂ ਬਾਅਦ ਜੀ। ਤੇ ਢਿੱਲੋਂ ਸਾਹਿਬ ਸਿਆਸਤਦਾਨਾਂ ਦੀਆਂ ਸੈਕਸ ਸੀਡੀਆਂ ਤਾਂ ਬਾਹਰ ਆਉਂਦੀਆਂ ਹੀ ਰਹਿੰਦੀਆਂ, ਇਹ ਹੁਣ ਤਾਜੀ ਕਿਹਦੀ ਆਈ ਹੈ ਜੀ, ਕਿੱਥੋਂ ਆਈ? ਇਹ ਕਹਿੰਦੇ ਜੀ ਜਲ ਮੰਤਰੀ ਹੈ ਕਰਨਾਟਕਾ ਦੇ। ਅੱਛਾ ਜੀ। ਤੇ ਨਾ ਇਹਨਾਂ ਦਾ ਹੈਗਾ ਰਮੇਸ਼ ਕੁਛ ਇਹੋ ਜਿਹਾ ਲੱਲਾ ਜਾਂ ਨਾ ਹੀ ਹੈ, ਨਾ ਆਪਣੇ ਤੋਂ ਉੱਧਰ ਆਪਾਂ ਨੂੰ ਉਹਦੀ ਪ੍ਰੋਨਾਂਸੀਏਸ਼ਨ ਜੀ ਰਮੇਸ਼ ਹੀ ਲਾ ਲਓ, ਜਲ ਮੰਤਰੀ ਹੈ ਜੀ। ਇਹਨਾਂ ਦੀ ਇੱਕ CD ਜਨਤਕ ਹੋ ਗਈ ਤੇ CD ਜਨਤਕ ਕੀਤੀ ਹੈ ਇੱਕ ਸੋਸ਼ਲ ਵਰਕਰ ਨੇ ਜੀ। ਸੋਸ਼ਲ ਵਰਕਰ ਨੂੰ ਇਹ CD ਦਿੱਤੀ ਹੈ ਉਸ ਬੀਬੀ ਦੇ ਪਰਿਵਾਰ ਨੇ, ਜਿਹੜੀ ਬੀਬੀ ਇਸ ਬੰਦੇ ਕੋਲੇ ਨੌਕਰੀ ਲੈਣ ਵਾਸਤੇ ਗਈ ਸੀ ਜੀ। ਅੱਛਾ, ਨੌਕਰੀਆਂ ਵਾਲਾ ਹੀ ਕੰਮ ਹੁੰਦਾ ਨਾ ਅੱਜ ਕੱਲ੍ਹ। ਤੇ ਨੌਕਰੀ ਦੇਣ ਦੇ ਬਹਾਨੇ ਦੇ ਵਿੱਚ ਇਹਨੇ ਉਹਦਾ ਜਿਨਸੀ ਸ਼ੋਸ਼ਣ ਕੀਤਾ ਜੀ। ਉਹ ਵੀਡੀਓ ਬਣ ਗਈ, ਵੀਡੀਓ ਦੀ CD ਤਿਆਰ ਹੋ ਗਈ। CD ਜਦੋਂ ਉਸ ਬੰਦੇ ਕੋਲੇ ਚਲੀ ਗਈ, ਸੋਸ਼ਲ ਵਰਕਰ ਕੋਲੇ, ਪਰਿਵਾਰ ਨੇ ਦੱਸਿਆ ਵੀ ਆਹ ਗੱਲ ਹੈ। ਕਈ ਵਾਰੀ ਪਰਿਵਾਰ ਆਪ ਜੁਰਤ ਨਹੀਂ ਕਰਦਾ ਹੁੰਦਾ, ਉਸ ਬੰਦੇ ਨੇ ਜਾ ਕੇ ਥਾਣੇ ਇਤਲਾਹ ਦਿੱਤੀ ਕਿ ਆਹ ਦੇਖੋ ਜੀ ਵਜ਼ੀਰ ਸਾਹਿਬ ਦੀ ਆਹ ਗੱਲ ਹੋ ਗਈ। ਤੇ ਨਾਲ ਉਹਨੇ ਮੀਡੀਆ ਦੇ ਉੱਤੇ ਵੀ ਇਹ ਗੱਲ ਉਠਾਤੀ। ਉਧਰ ਜਿਹੜੀ ਹੈਗੀ ਤੁਹਾਡੀ ਕਰਨਾਟਕਾ ਦੀ ਮੀਡੀਆ ਦੇ ਵਿੱਚ ਇਹ CD ਚੱਲੀ ਵੀ ਹੈ। ਔਰ ਉਹ ਤੋਂ ਬਾਅਦ ਮੰਤਰੀ ਜੀ ਨੇ ਆਪਣਾ ਮੋਬਾਈਲ ਕਰ ਲਿਆ ਬੰਦ। ਪੱਤਰਕਾਰ ਉਹਨਾਂ ਨੂੰ ਵਾਰੀ ਫੋਨ ਕਰੀ ਗਏ। ਇੱਕ ਤਾਂ ਕਹਿੰਦੇ ਹੁੰਦੇ ਨੇ ਸਿਰ ਮਨਾਏ ਤੇ ਦੂਜੇ ਸਿਰ ਮਨਾਉਂਦੇ ਸਰ ਗੜੇ ਪੈ ਗਏ। ਹੁਣ ਉੱਥੇ ਇੱਕ ਪਾਰਲੀਮੈਂਟ ਦੀ ਸੀਟ ਹੋ ਗਈ ਖਾਲੀ, ਉਹਦੇ ਤੇ ਹੋਣੀ ਹੈ ਉਪ ਚੋਣ। ਤੇ ਜਿਹੜੀ ਸਰਕਾਰ ਹੈ ਜੈਦੂਰੱਪਾ ਸਾਹਿਬ ਦੀ, ਉਸ ਸਰਕਾਰ ਨੂੰ ਵੈਸੇ ਤਾਂ ਲੋਕਾਂ ਨੇ ਉੱਥੇ ਰੱਦ ਕਰਤਾ ਸੀ, ਉਹਦੇ ਹੱਕ ਵਿੱਚ ਫਤਵਾ ਨਹੀਂ ਦਿੱਤਾ ਸੀ। ਫਤਵਾ ਜਿਹੜਾ ਹੈਗਾ ਬਹੁ ਗਿਣਤੀ 2 ਪਾਰਟੀਆਂ ਕੋਲੇ ਆ ਗਈ ਸੀ, ਕਾਂਗਰਸ ਤੇ JDS, ਜਨਤਾ ਦਲ ਸੈਕੂਲਰ ਜਿਹੜਾ HD ਦੇਵਾ ਗੌੜਾ ਸਾਹਿਬ ਦਾ ਬੇਟਾ। ਔਰ ਕਾਂਗਰਸ ਵਾਲਿਆਂ ਨੇ ਦੇਵੇ ਗੌੜਾ ਸਾਹਿਬ ਦੇ ਬੇਟੇ ਨੂੰ, ਕੁਮਾਰਾ ਸਵਾਮੀ ਨੂੰ ਮੰਨ ਲਿਆ ਸੀ ਮੁੱਖ ਮੰਤਰੀ, ਤੇ ਸਰਕਾਰ ਉਹਦੀ ਬਣ ਗਈ ਸੀ। ਤੇ ਇਹ ਰਮੇਸ਼ ਜੀ ਸੀ ਜਿਹੜੇ ਵਕੀਲ ਆਪਣੇ MLA ਆਪਣਾ ਵਜ਼ੀਰ ਸਾਹਿਬ, ਇਹਨਾਂ ਦੀ ਜਿਹੜੀ ਹੈ DK ਸ਼ਿਵ ਕੁਮਾਰ ਜਿਹੜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੀ, ਇਹਨਾਂ ਨਾਲ ਹੋ ਗਈ ਅਣਬਣ। ਫਿਰ ਇਹਨੇ ਜਿਹੜੀ ਹੈ ਜੈਦੂਰੱਪਾ ਦੀ ਆਪਣੀ ਤੁਹਾਡੀ ਕੁਮਾਰਾ ਸਵਾਮੀ ਦੀ ਸਰਕਾਰ ਨੂੰ ਡੀਸਟੇਬਲਾਈਜ਼ ਕਰਨ ਵਾਸਤੇ ਇਹਨਾਂ ਨੇ ਫਿਰ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਫੁੱਟ ਪਈ ਸੀ ਉਹਦਾ ਫਾਇਦਾ ਚੱਕਿਆ। ਉਹ ਫੁੱਟ ਪਵਾਈ ਜੀ ਨੇ। ਅੱਛਾ। ਇਹਨੇ ਮੇਨ ਰੋਲ ਅਦਾ ਕੀਤਾ। ਔਰ ਮੇਨ ਰੋਲ ਅਦਾ ਕਰਕੇ ਤੁਹਾਨੂੰ ਯਾਦ ਹੋਣਾ ਕਿ ਉਦੋਂ ਫਿਰ ਚੱਕ ਕੇ ਕਰਨਾਟਕਾ 'ਚੋਂ ਬੰਦੇ ਮਹਾਰਾਸ਼ਟਰ 'ਚ ਰੱਖੇ ਸੀ। ਹਾਂ, ਬਿਲਕੁਲ। ਸਰਕਾਰ ਉੱਥੇ ਦਵਿੰਦਰ ਫੜਨਵੀਸ ਦੀ ਸੀ, BJP ਦੀ ਸੀ। ਔਰ ਕਈ ਬੰਦੇ ਉੱਥੇ ਜਿਹੜੇ ਗਏ ਸੀ, ਉਹਨਾਂ ਬੰਦਿਆਂ ਨੂੰ ਫੜ ਕੇ ਫਿਰ ਜਹਾਜ਼ਾਂ ਤੇ ਚੜਾ ਕੇ ਵਾਪਸੀ ਭੇਜਤਾ ਸੀ ਕਿ ਨਹੀਂ ਸਰਕਾਰ ਤੜਵਾਉਣ ਦਾ ਮਕਸਦ ਕੀ ਸੀ? ਇਹਨੂੰ ਇਹ ਉਮੀਦ ਸੀ ਕਿ ਮੈਨੂੰ ਮੁੱਖ ਮੰਤਰੀ ਬਣਾ ਦੇਣਗੇ। ਅਜੇ ਵੀ ਮੁੱਖ ਮੰਤਰੀ ਬਣਨ ਦਾ ਇੱਛੁਕ ਸੀ ਕਿਉਂਕਿ ਜੈਦੂਰੱਪਾ ਸਾਹਿਬ ਦੇ ਉੱਤੇ ਹਾਈ ਕਮਾਂਡ ਦਾ ਇੱਕ ਹਿੱਸਾ ਨਾਰਾਜ਼ ਸੀ। ਲੇਕਿਨ ਜੈਦੂਰੱਪਾ ਜਿਸ ਭਾਈਚਾਰੇ ਨੂੰ ਬਿਲੋਂਗ ਕਰਦਾ ਉਹ ਆ ਲੰਗਾਇਤ ਭਾਈਚਾਰਾ। ਅੱਛਾ ਜੀ। ਤੇ ਲੰਗਾਇਤ ਭਾਈਚਾਰੇ ਦੀ ਉੱਥੇ ਕਾਫੀ ਜਿਹੜੀ ਹੈਗੀ ਹੈ ਤੁਹਾਡੀ ਪੈਠ ਹੈ, ਉਹ ਉੱਥੋਂ ਦੀ ਪੋਲੀਟਿਕਸ ਨੂੰ ਪ੍ਰਭਾਵਿਤ ਕਰਦੀ ਹੈ। ਤਾਂ ਮਜਬੂਰੀ ਬਸ ਮਤਲਬ BJP ਵਾਲਿਆਂ ਨੂੰ ਜੈਦੂਰੱਪਾ ਨੂੰ ਬਣਾਉਣਾ ਪੈ ਗਿਆ। ਹੁਣ ਫਿਰ ਕਹਿੰਦੇ ਜੀ ਜੈਦੂਰੱਪਾ ਸਾਹਿਬ ਨੇ ਬੁਲਾ ਲਿਆ, ਕਹਿੰਦੇ ਜੀ ਵਜ਼ੀਰ ਸਾਹਿਬ ਤੁਹਾਨੂੰ ਅਸਤੀਫਾ ਤਾਂ ਦੇਣਾ ਹੀ ਪੈਣਾ। ਖਬਰ ਤਾਂ ਇਹ ਹੈ ਕਿ ਅਸਤੀਫਾ ਉਹਨੇ ਦੇਤਾ, ਪਰ ਅਸਤੀਫਾ ਦਿਆ ਨਹੀਂ, ਐਕਚੁਅਲੀ ਅਸਤੀਫਾ ਲਿਆ ਗਿਆ। ਉਹ ਤਾਂ ਬਾਹਮ ਰੋੜ ਕੇ ਲੈਂਦਾ। ਹਾਂ, ਕੌਣ ਦਿੰਦਾ ਹੈ? ਤੇ ਪਰ ਨਾਲ ਜਿਹੜੀ ਹੈਗੀ ਹੈ ਜੀ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ। ਬਾਹਰ ਆ ਕੇ ਕਹਿੰਦੇ ਜੀ ਮੈਂ ਅਸਤੀਫਾ ਨੈਤਿਕ ਆਧਾਰ ਤੇ ਦੇਤਾ। ਕਿੱਡਾ ਵੱਡਾ ਨੈਤਿਕ ਕੰਮ ਕੀਤਾ ਹੈ। ਅੱਛਾ ਜੀ। ਨੈਤਿਕ ਆਧਾਰ ਤੇ ਅਸਤੀਫਾ ਦੇਤਾ। ਜਦੋਂ ਕਹਿੰਦੇ ਇਨਕੁਆਇਰੀ ਹੋ ਗਈ, ਪੜਤਾਲ ਹੋ ਗਈ, ਤੇ ਮੈਂ ਬਿਲਕੁਲ ਕਹਿੰਦੇ ਬੇਦੋਸ਼ਾ ਸਾਬਤ ਹੋਊਂਗਾ ਜੀ। ਇਹਦਾ ਮਤਲਬ ਹੈ ਕਿ ਉਹਨੂੰ ਪਹਿਲਾਂ ਹੀ ਕਹਿਤਾ ਕੋਈ ਗੱਲ ਨਹੀਂ, ਤੂੰ 4-6 ਮਹੀਨੇ ਪਾਸੇ ਲਾ ਤੇ ਤੈਨੂੰ ਅਸੀਂ ਆਪਾਂ ਜਿਹੜਾ ਬੇਦੋਸ਼ਾ ਕਰਾਰ ਦੇ ਦਾਂਗੇ। ਹੁਣ ਸਵਾਲ ਇਹ ਹੈ ਕਿ ਜਦੋਂ ਮਾਮਲਾ ਥਾਣੇ 'ਚ ਪਹੁੰਚ ਗਿਆ, CD ਆ ਗਈ, ਐਰਾ ਗੈਰਾ ਨੱਥੂ ਕਹਿ ਰਿਹਾ ਹੁੰਦਾ ਤਾਂ ਹੁਣ ਨੂੰ 376 ਦਾ ਲਾ ਕੇ ਪਰਚਾ ਕਿਤੇ ਕੁਝ ਦੀ ਕੁਛ ਕੀਤਾ ਹੁੰਦਾ।
ਉਹ ਲੜਕੀ ਨੂੰ ਬਲੈਕਮੇਲ ਕੀਤਾ, ਨੌਕਰੀ ਨੂੰ ਦਿੱਤੀ ਕੋਈ ਨਹੀਂ ਗਈ। ਚਲੋ ਜੇ ਆਪਾਂ ਮੰਨ ਲਈਏ ਕਿ ਉਹ ਸਹਿਮਤ ਹੋਈ ਮਜਬੂਰੀ ਵਸ ਕੇ ਮੈਨੂੰ ਨੌਕਰੀ ਮਿਲੂਗੀ, ਨੌਕਰੀ ਉਹਨੂੰ ਨਹੀਂ ਮਿਲੀ ਤਾਂ ਕੀਤਾ ਤਾਂ ਫਰਾਡ ਹੀ ਹੈ ਨਾ ਉਹਦੇ ਨਾਲ। ਇਹ ਫਰਾਡ ਦੇ ਦੋਸ਼ ਹੇਠ ਤੇ ਜਿਹੜੀ ਹੈਗੀ ਹੈ, ਜਿਹੜੀ ਉਹਦੀ ਇੱਜ਼ਤ ਨਾਲ ਖਿਲਵਾੜ ਕੀਤਾ, ਕੇਸ ਰਜਿਸਟਰ ਹੋਣਾ ਚਾਹੀਦਾ ਸੀ, ਗ੍ਰਿਫਤਾਰੀ ਹੋਣੀ ਚਾਹੀਦੀ ਸੀ। ਪਰ ਜਿਵੇਂ ਕਹਿੰਦੇ ਉਹਦੇ ਕੌਣ ਆਖੇ ਰਾਣੀ ਅੱਗਾ ਟੱਕ। ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਸੋ ਇੱਕ ਬ੍ਰੇਕ ਦਾ ਸਮਾਂ, ਫਿਰ ਹਾਜ਼ਰ ਹੁੰਦੇ, ਜੁੜੇ ਰਹੋ ਰੇਡੀਓ ਪੰਜਾਬ ਟੁਡੇ।